ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਗੁਰਾ ਇਕ ਦੇਹ 부ਝਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦੇਂਦੈ ਟੋਟ ਨਾ ਆਵਈ, ਅਗਨਤ ਪਰੇ ਭੰਡਾਰ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਆਪ ਜੀ 'ਤੇ ਕਿਰਪਾ ਕਰਕੇ ਅੰਮ੍ਰਿਤ ਵੇਲੇ ਦੇ ਜਾਗਣੇ ਸੰਗਤ ਵਿੱਚ ਬਤੀਤ ਕਰ ਰਹੇ ਹੋ ਅਤੇ ਵੱਡੇ ਭਾਗਾਂ ਵਾਲੇ ਹੋ, ਜੋ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਨਾਲ ਜੁੜ ਕੇ ਆਪ ਸਤਿਗੁਰੂ ਦੇ ਵਿਚਾਰਾਂ ਦੇ ਨਾਲ ਜੁੜ ਰਹੇ ਹੋ। ਮੈਂ ਪਿਆਰ ਸਹਿਤ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ, ਪਿਆਰਿਓ ਕੈਮਰਾ ਔਨ ਕਰਕੇ ਬੈਠੋ ਤਾਂ ਕਿ ਮਨ ਬਿਰਤੀ ਆਪ ਜੀ ਦੀ ਇਕਾਗਰ ਹੋ ਸਕੇ, ਕਿਉਂਕਿ ਇਸ ਵਿਸ਼ਾ ਜਿਹੜਾ ਹੈ ਇਕਾਗਰਤਾ ਮੰਗਦਾ ਹੈ। ਜੇ ਆਪ ਇਕਾਗਰ ਵਿੱਚ ਬੈਠ ਕੇ ਸਾਹਮਣੇ ਦੇਖੋਗੇ ਤੇ ਤੁਹਾਨੂੰ ਗੁਰੂ ਦੇ ਸ਼ਬਦ ਵਿਚਾਰ ਨਾਲ ਸਾਂਝ ਪਏਗੀ। ਔਰ ਜਦੋਂ ਕਿਸੇ ਨਾਲ ਸੰਬੰਧ ਬਣਾਉਣੇ ਹੋਣ ਤੇ ਉਸ ਗੁਰਬਾਣੀ ਦੀ, ਅਸੀਂ ਗੁਰੂ ਨਾਲ, ਗੁਰਬਾਣੀ ਕੀ ਹੈ? ਗੁਰੂ ਦੀ ਬਾਣੀ ਹੈ। ਤੇ ਜੇ ਗੁਰੂ ਨਾਲ ਸਾਂਝ ਪਾਣੀ ਹੈ ਤੇ ਸਾਨੂੰ ਬਾਣੀ ਦੇ ਨਾਲ ਸਾਂਝ ਪਹਿਲਾਂ ਜ਼ਰੂਰੀ ਹੈ। ਤੇ ਜਦ ਬਾਣੀ ਨਾਲ ਸਾਂਝ ਪੈਂਦੀ ਹੈ ਫਿਰ ਗੁਰੂ ਨਾਲ ਸਾਡੇ ਸੰਬੰਧ ਬਣਦੇ ਨੇ। ਔਰ ਤੁਸੀਂ ਸੰਬੰਧ ਬਣਾਉਣ ਵਾਸਤੇ ਹੀ ਅੰਮ੍ਰਿਤ ਵੇਲੇ ਜਾਗਦੇ ਹੋ ਕਿ ਅਸੀਂ ਦੁਨੀਆ ਨਾਲ ਤੇ ਬੜੇ ਸੰਬੰਧ ਬਣਾਏ ਨੇ। ਹੇ ਗੁਰੂ ਜੀ, ਮੈਂ ਅੱਜ ਤੁਹਾਡੇ ਨਾਲ ਸੰਬੰਧ ਬਣਾਉਣਾ ਚਾਹੁੰਦਾ ਹਾਂ। ਔਰ ਜਿਹਦੇ ਸੰਬੰਧ ਗੁਰੂ ਦੇ ਨਾਲ ਬਣ ਜਾਂਦੇ ਨੇ, ਉਹ ਫਿਰ ਸੰਸਾਰ ਦੇ ਵਿੱਚ ਰਹਿੰਦੇ ਹੋਏ ਨਿਰਲੇਪ ਹੋ ਜਾਂਦਾ ਹੈ, ਮਾਇਆ ਤੋਂ ਉੱਪਰ ਉੱਠ ਜਾਂਦਾ ਹੈ। ਤੋ ਆਓ, ਚੱਲ ਰਹੀ ਲੜੀਵਾਰ ਸ਼ਬਦ ਹਜ਼ਾਰੇ ਦੀ ਵਿਚਾਰ ਅਸੀਂ ਮਿਲ ਬੈਠ ਕੇ ਸਾਂਝ ਕਰਨੀ ਹੈ। ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਅੱਜ ਇਹ ਪਾਵਨ ਪਵਿੱਤਰ ਸ਼ਬਦ ਸੂਈ ਰਾਗ ਵਿੱਚ ਹੈ। ਮਨ ਬਿਰਤੀ ਇਕਾਗਰ ਕਰੀਏ, ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸੂਈ ਮਹਲਾ ਪਹਿਲਾ ਸੂਹੀ ਰਾਗ ਦਾ ਹੈ ਨਾਮ। ਔਰ ਗੁਰੂ ਸਾਹਿਬ ਪਹਿਲੇ ਪਾਤਸ਼ਾਹ, ਪਹਿਲੇ ਸਰੀਰ ਵਿੱਚ ਗੁਰੂ ਨਾਨਕ ਪਾਤਸ਼ਾਹ ਇਸ ਸ਼ਬਦ ਵਿੱਚ ਸਾਨੂੰ ਕੀ ਕਹਿ ਰਹੇ ਹਨ। ਦੇਖੋ, ਹਰ ਇੱਕ ਸ਼ਬਦ ਦੇ ਅੰਦਰ ਇੱਕ ਰਹਾਉ ਦਾ ਬੰਦ ਹੁੰਦਾ ਹੈ। ਉਸ ਰਹਾਉ ਦੇ ਬੰਦ ਵਿੱਚ ਸ਼ਬਦ ਦਾ ਸੈਂਟਰਲ ਆਈਡੀਆ, ਕੇਂਦਰੀ ਭਾਵ ਹੁੰਦਾ ਹੈ, ਜਿਹਦੇ ਧੂਰਾ ਕਹਿ ਲਓ ਸ਼ਬਦ ਦਾ, ਉਸ ਸ਼ਬਦ ਦੇ ਵਿੱਚ ਲੁਕਿਆ ਹੁੰਦਾ ਹੈ। ਤੋ ਜਿਹੜੇ ਵੀ ਰਾਗੀ ਸਿੰਘ ਸ਼ਬਦ ਨੂੰ ਗਾਇਨ ਕਰਦੇ ਨੇ, ਇਹ ਰਹਾਉ ਦੀ ਸਥਾਈ ਪੰਕਤੀ ਬਣਾ ਕੇ ਇਸ ਨੂੰ ਗਾਇਨ ਕਰਦੇ ਹਨ, ਫਿਰ ਆਂਤਰੇ ਵਿੱਚ ਦੂਜੀਆਂ ਪੰਕਤੀਆਂ ਲੈਂਦੇ ਹਨ। ਤੋ ਰਹਾਉ ਵਿੱਚ ਜੇ ਅਸੀਂ ਰਹਾਉ ਨੂੰ ਥੋੜ੍ਹਾ ਜਿਹਾ ਸਮਾਂ, ਰਹਾਉ ਮਿਸ ਹੁੰਦਾ ਰੁਕ ਜਾਓ, ਠਹਿਰ ਜਾਓ,
ਕਿਸੇ ਗੱਲ ਨੂੰ ਕਹਿਣਾ ਹੋਵੇ ਨਾ, ਉਹ ਕਹਿੰਦੇ ਰੁਕ ਜਾਓ ਜਰਾ, ਥੋੜ੍ਹਾ ਜਿਹਾ ਠਹਿਰ ਜਾਓ, ਬਈ ਗੱਲ ਹੁਣ ਸੁਣ ਲਓ। ਗੁਰੂ ਸਾਹਿਬ ਇੱਥੇ ਇਸ ਤਰ੍ਹਾਂ ਦਾ ਵਿਚਾਰ ਦੇ ਰਹੇ ਨੇ ਕਿ ਇਹ ਰਹਾਓ ਹੈ ਕਿ ਭਾਈ ਤੁਸੀਂ ਵਿਸ਼ਰਾਮ ਕਰ ਲਓ, ਥੋੜ੍ਹੀ ਦੇਰ ਰੁਕ ਜਾਓ ਕਿ ਸ਼ਬਦ ਸਾਨੂੰ ਕੀ ਕਹਿ ਰਿਹਾ ਹੈ, ਇਹਦੇ ਉੱਤੇ ਥੋੜ੍ਹੀ ਜਿਹੀ ਤਵੱਜੋ ਦੇਵੋ। ਜਦੋਂ ਸਾਨੂੰ ਇਸ ਦੀ ਸਮਝ ਆ ਜਾਏਗੀ ਕਿ ਗੁਰੂ ਸਾਹਿਬ ਇਸ ਰਹਾਓ ਦੀ ਪੰਕਤੀ ਵਿੱਚ ਕੀ ਕਹਿੰਦੇ ਨੇ, ਫਿਰ ਉਸ ਸਾਰਾ ਕੇਂਦਰੀ ਭਾਵ ਦੇ ਆਲੇ ਦੁਆਲੇ ਹੀ ਉਹ ਵਿਚਾਰ ਚੱਲਦੀ ਹੈ। ਮਤਲਬ ਕਿ ਉਸ ਕਿਸ ਕਨਸੈਪਟ ਦੇ ਉੱਤੇ ਗੁਰੂ ਸਾਹਿਬ ਗੱਲ ਕਰਦੇ ਨੇ, ਉਹ ਰਹਾਓ ਦੀ ਪੰਕਤੀ ਵਿੱਚ ਹੈ। ਤੋ ਇਹਦੇ ਵਿੱਚ ਗੁਰੂ ਸਾਹਿਬ ਨੇ ਉਸ ਪਰਮਾਤਮਾ ਦੇ ਸ਼ਬਦ ਦੇ ਵਿੱਚ, ਇਸ ਸ਼ਬਦ ਵਿੱਚ ਕਿਹਾ ਹੈ ਕਿ ਪਰਮਾਤਮਾ ਅਥਾਹ ਹੈ, ਉਹਦਾ ਕੋਈ ਸਿਫਤਾਂ ਦਾ ਕੋਈ ਅੰਤ ਹੀ ਨਹੀਂ ਹੈ। ਪਰ ਜਿਹੜੇ ਸਿਫਤਾਂ ਪਾਉਣ ਵਾਸਤੇ ਘਰੋਂ ਟੁਰੇ ਨੇ, ਜਿਹੜਾ ਅੰਤ ਪਾਉਣ ਵਾਸਤੇ ਟੁਰੇ ਨੇ, ਸਿਫਤਾਂ ਪਾਣੀਆਂ ਤੇ ਠੀਕ ਨੇ, ਜਿਹੜੇ ਅੰਤ ਪਾਉਣ ਵਾਸਤੇ ਟੁਰੇ ਨੇ, ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਕੁਛ ਨਹੀਂ ਲੱਭਦਾ। ਤੇ ਕਈਆਂ ਨੇ ਇਹੀ ਵਿਚਾਰਧਾਰਾ ਰੱਖੀ, ਤੇ ਗੁਰੂ ਸਾਹਿਬ ਅੱਜ ਰਹਾਓ ਦੇ ਬੰਦ ਵਿੱਚ ਇਹੀ ਬਖਸ਼ਿਸ਼ ਕਰ ਰਹੇ ਨੇ, ਕਿਹੜੀ? ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ। ਮੇਰੇ ਲਾਲ, ਦੇਖੋ ਪਿਆਰ ਵਾਲਾ ਸ਼ਬਦ ਹੈ, ਲਾਲ ਹੁੰਦਾ ਪਿਆਰਾ, ਮੇਰਾ ਸੋਹਣਾ। ਥੋੜ੍ਹਾ ਹੋਰ ਸੌਖਾ ਕਰ ਲਈਏ ਇਸ ਨੂੰ, ਜਦ ਬੱਚੇ ਦੇ ਮਾਂ ਦੀ ਗੋਦ ਵਿੱਚ ਹੁੰਦਾ ਨਾ, ਤੇ ਮਾਂ ਉਹਨੂੰ ਬੜੇ ਪਿਆਰ ਵਿੱਚ, ਲਾਡ ਵਿੱਚ, ਬੜੇ ਉਹਨੂੰ ਪਿਆਰੇ ਅੱਖਰ ਬੋਲਦੀ, ਮੇਰਾ ਪਿਆਰਾ, ਮੇਰਾ ਸੋਹਣਾ, ਮੇਰਾ ਲਾਡਾਂ ਵਾਲਾ, ਬੜੇ ਜਿਸ ਤਰ੍ਹਾਂ ਮਾਂ ਲਾਡ ਦੇ ਵਿੱਚ ਆਪਣੇ ਬੱਚੇ ਨੂੰ ਕਹਿੰਦੀ ਹੈ ਨਾ, ਇਸੇ ਤਰ੍ਹਾਂ ਗੁਰੂ ਸਾਹਿਬ ਜਦ ਸੰਬੰਧ, ਮੈਂ ਪਹਿਲਾਂ ਕਿਹਾ ਸੰਬੰਧ ਬਣ ਜਾਂਦੇ ਨੇ ਜਦ ਪਰਮਾਤਮਾ ਦੇ ਨਾਲ, ਐਸੇ ਫਿਰ ਸ਼ਬਦ ਉੱਥੇ ਪਿਆਰ ਵਾਲੇ, ਲਾਲ ਮੀਨ ਸੋਹਣਾ ਵੀ ਕਹਿ ਲਓ, ਪਿਆਰਾ ਵੀ ਕਹਿ ਲਓ। ਜਿਸ ਤਰ੍ਹਾਂ ਮਹਾਰਾਜ ਇੱਕ ਰਵਿਦਾਸ ਜੀ ਕਹਿੰਦੇ ਨੇ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆਂ ਮੇਰਾ ਮਾਤੇ ਛਤਰ ਧਰੇ। ਤੋ ਉਸ ਪਿਆਰੇ ਵਾਸਤੇ ਕਿਤਨਾ ਪਰਮਾਤਮਾ ਵਾਸਤੇ ਮਹਾਰਾਜ ਨੇ ਕਿਹਾ, ਮੇਰੇ ਲਾਲ ਜੀਓ। ਜੀਓ ਇਹ ਰਿਸਪੈਕਟਿਡ ਵਰਡ ਹੈ। ਕਿਸੇ ਨੂੰ ਕਹਿੰਦਾ ਨਾ ਆਓ ਬੈਠੋ ਜੀਓ, ਕਿਸੇ ਨੂੰ ਰਿਸਪੈਕਟ ਦੇਣੀ ਹੋਵੇ ਤੇ ਉਹਦੇ ਅੱਗੇ, ਉਹਦੇ ਪਿੱਛੇ ਅਸੀਂ ਕਹਿ ਦਿੰਦੇ ਆਓ ਜੀਓ। ਤੋ ਇਹ ਲਾਲ ਤੇ ਜੀਓ ਇਹ ਬੜੇ ਹੀ ਰਿਸਪੈਕਟਿਡ ਪਿਆਰ ਦੇ ਸੂਚਕ ਨੇ। ਇਸ ਤਰ੍ਹਾਂ ਮੰਨ ਲਓ ਇਹ ਵਰਡਸ ਨੇ ਜਿਹੜੇ, ਇਹ ਉਦੋਂ ਹੁੰਦੇ ਨੇ ਜਦੋਂ ਕਿਸੇ ਨਾਲ ਗਹਿਰਾ ਸੰਬੰਧ, ਗਹਿਰਾ ਪਿਆਰ ਹੋ ਜਾਏ, ਉਦੋਂ ਇਹ ਅੱਖਰ ਮਨ ਦੇ ਵਿੱਚੋਂ ਨਿਕਲਦੇ ਨੇ। ਤੇ ਗੁਰੂ ਸਾਹਿਬ ਤੇ ਪਰਮਾਤਮਾ ਵਿੱਚ ਕੋਈ ਭੇਦ ਹੀ ਨਹੀਂ ਸੀ। ਤੇ ਗੁਰੂ ਸਾਹਿਬ ਪਰਮਾਤਮਾ ਨੂੰ ਦੇਖੋ ਕਿੰਨੇ ਪਿਆਰ ਨਾਲ ਕਹਿ ਰਹੇ ਨੇ। ਦੇਖੋ ਇਸ ਗੱਲ ਨੂੰ ਅਸੀਂ ਸਮਝ ਆਈਏ, ਇਹ ਰਹਾਓ ਦਾ ਬੰਦ ਹੈ, ਤੇ ਸਾਰਾ ਫਿਰ ਸ਼ਬਦ ਸਾਨੂੰ ਸਮਝਣ ਵਿੱਚ ਔਖਿਆਈ ਨਹੀਂ ਹੋਏਗੀ। ਮਹਾਰਾਜ ਕਹਿੰਦੇ ਮੇਰੇ ਲਾਲ ਜੀਓ, ਹੇ ਪਰਮਾਤਮਾ ਮੇਰੇ ਪਿਆਰੇ ਜੀਓ, ਤੇਰਾ ਅੰਤ ਨਾ ਜਾਣਾ। ਹੇ ਪਰਮਾਤਮਾ ਤੇਰਾ ਅੰਤ ਕੋਈ ਨਹੀਂ ਜਾਣ ਸਕਦਾ। ਤਾਂ ਹੀ ਮਹਾਰਾਜ ਨੇ ਕਈ ਜਗ੍ਹਾ ਤੇ ਉਹਨੂੰ ਬੇਅੰਤ ਕਹਿ ਦਿੱਤਾ ਹੈ, ਕਿਉਂਕਿ ਪਰਮਾਤਮਾ ਦਾ ਅੰਤ ਹੈ ਹੀ ਨਹੀਂ ਤੇ ਕੋਈ ਜਾਣੇਗਾ ਨਾ। ਕੋਈ ਪਰਮਾਤਮਾ ਦਾ ਅੰਤ ਨਹੀਂ ਜਾ ਸਕਦਾ। ਕਿਉਂ? ਮਹਾਰਾਜ ਕਹਿੰਦੇ ਨੇ ਤੂੰ ਜਲ ਥਲ ਮਈਲ ਭਰਪੂਰ ਲੀਣਾ, ਤੂੰ ਆਪੇ ਸਰਬ ਸਮਾਣਾ। ਮੈਂ ਪਿਛਲੇ ਸ਼ਬਦਾਂ ਵਿੱਚ ਵੀ ਬੇਨਤੀ ਕੀਤੀ ਸੀ, ਜਦੋਂ ਪਿਆਰ ਵਿੱਚ ਹੁੰਦਾ ਨਾ ਬੰਦਾ, ਤੇ ਉਹ ਰੱਬ ਨੂੰ ਫਿਰ ਕੀ ਕਹਿ ਰਹੇ ਨੇ ਗੁਰੂ ਸਾਹਿਬ? ਤੂੰ। ਦੇਖੋ ਅਸੀਂ ਕਈ ਵਾਰੀ ਕਿਸੇ ਨੂੰ ਮੈਂ ਤੁਹਾਨੂੰ ਜਾਂ ਤੁਸੀਂ ਮੈਨੂੰ ਕਹਿ ਦਿਓ, ਜਾਂ ਤੁਸੀਂ ਸੰਸਾਰ ਵਿੱਚ ਕਿਸੇ ਨੂੰ ਤੂੰ ਕਹਿ ਦਿਓ, ਉਹ ਤੁਹਾਨੂੰ ਲੜਨ ਨੂੰ ਖਾਣ ਨੂੰ ਪਏਗਾ। ਕਿਉਂ? ਕਿਉਂਕਿ ਕਹੇਗਾ ਮੈਨੂੰ ਤੂੰ ਕਿਵੇਂ ਕਹਿ ਰਿਹਾ, ਤੂੰ ਕਹਿ ਕੇ ਕਹਿ ਰਿਹਾ। ਪਰ ਕਮਾਲ ਦੀ ਗੱਲ ਹੈ ਸਾਧ ਸੰਗਤ, ਗੁਰੂ ਸਾਹਿਬ ਪਰਮਾਤਮਾ ਨੂੰ ਕਹਿ ਰਹੇ ਤੂੰ ਮੇਰਾ ਪਿਤਾ, ਤੂੰ ਠਾਕੁਰ ਤੁਮ ਪੇ ਅਰਦਾਸ। ਕਈ ਜਗ੍ਹਾ ਤੇ ਤੂੰ ਅੱਖਰ ਕੀਤਾ। ਇਹ ਪਿਆਰ ਦੇ ਸੂਚਕ ਨੇ। ਜਦੋਂ ਬੰਦਾ ਪਿਆਰ ਵਿੱਚ ਹੁੰਦਾ ਹੈ ਨਾ, ਜਦੋਂ ਤੁਸੀਂ ਰੱਬ ਦੇ ਨਾਲ, ਜਦੋਂ ਬੱਚਾ ਪਿਤਾ ਦੇ ਨਾਲ ਪਿਆਰ ਕਰਦਾ ਨਾ, ਤੇ ਬੜੀਆਂ ਲਾਡਲੀਆਂ ਗੱਲਾਂ ਵੀ ਕਰਦਾ ਹੈ। ਤੇ ਮੈਂ ਇੱਥੋਂ ਤੱਕ ਵੇਖਣਾ ਕਈ ਵਾਰੀ ਬੱਚਾ ਨਾ ਪਿਓ ਦੀ ਦਾੜੀ ਵੀ ਫੜ ਲੈਂਦਾ। ਇਹ ਪਿਆਰ ਹੈ, ਇਹ ਨਹੀਂ ਕਿ ਰਿਸਪੈਕਟ ਨਹੀਂ ਕਰ ਰਿਹਾ, ਇਹ ਲਾਡ ਵਿੱਚ ਹੈ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਤੇ ਗੁਰੂ ਸਾਹਿਬ ਤੇ ਤੂੰ ਕਹਿ ਰਹੇ ਨੇ ਪਰਮਾਤਮਾ ਨੂੰ, ਇਹ ਪਿਆਰ ਦੇ ਨੇ। ਇਹ ਨਹੀਂ ਕਿ ਮਹਾਰਾਜ ਪਰਮਾਤਮਾ ਨੂੰ ਕੋਈ ਨੀਵਾਂ ਦਿਖਾ ਕੇ ਉਹਨੂੰ ਛੋਟਾ ਦੱਸ, ਨਹੀਂ ਨਹੀਂ, ਐਸੀ ਗੱਲ ਨਹੀਂ ਹੈ। ਮਹਾਰਾਜ ਕਹਿੰਦੇ ਨੇ ਮੇਰੇ ਲਾਲ ਜੀਓ, ਹੇ ਪਿਆਰੇ ਮੇਰੇ ਪ੍ਰੀਤਮ, ਮੇਰੇ ਸੋਹਣੇ ਵਾਹਿਗੁਰੂ, ਤੇਰਾ ਅੰਤ ਨਹੀਂ ਕੋਈ ਪਾ ਸਕਦਾ। ਕਿਉਂ? ਕਿਉਂਕਿ ਤੂੰ ਜਲ ਥਲ ਮਈਲ,
ਭਰਪੂਰ ਲੀਨਾ, ਤੂੰ ਆਪੇ ਸਰਬ ਸਮਾਣਾ। ਇਹ ਪਰਮਾਤਮਾ ਤੁਸੀਂ ਤੇ ਜਲ ਵਿੱਚ ਵੀ ਹੋ, ਥਲ ਧਰਤੀ ਤੇ, ਧਰਤੀ ਦੇ ਨੀਚੇ ਵੀ ਹੋ। ਮਈ ਅਲ, ਅਲ ਹੁੰਦਾ ਆਕਾਸ਼ ਤੇ ਮਈ ਹੁੰਦੇ ਧਰਤੀ, ਧਰਤੀ ਤੇ ਆਕਾਸ਼ ਭਾਵ ਤੁਸੀਂ ਸਾਰੀ ਜਗ੍ਹਾ ਹੋ। ਕੋਈ ਜਗ੍ਹਾ ਐਸੀ ਨਹੀਂ ਹੈ ਜਿੱਥੇ ਪਰਮਾਤਮਾ ਨਹੀਂ ਹੈ। ਦੇਖੋ ਤੁਸੀਂ ਤੇ ਮੈਂ ਦਿੱਲੀ ਵਿੱਚ ਅਸੀਂ ਰਹਿੰਦੇ ਹਾਂ ਜਿਹੜੇ, ਜਾਂ ਕੋਈ ਪੰਜਾਬ ਰਹਿੰਦਾ, ਕੋਈ ਕਿੱਥੇ ਰਹਿੰਦਾ ਹੈ, ਮੈਂ ਸਮਝਦਾ ਅਸੀਂ ਪੂਰੀ ਦਿੱਲੀ ਨਹੀਂ ਵੇਖੀ ਹੋਣੀ, ਨਹੀਂ ਵੇਖੀ ਹੋਣੀ ਨਾ। ਕੋਈ ਪਟਿਆਲੇ ਰਹਿ ਰਿਹਾ, ਉਹਨੇ ਪਟਿਆਲਾ ਨਹੀਂ ਪੂਰਾ ਵੇਖਿਆ ਹੋਣਾ, ਚਲੋ ਦੇਖ ਵੀ ਲਿਆ ਹੋਵੇ। ਬਾਕੀ ਸਟੇਟਾਂ ਨਹੀਂ ਦੇਖੀਆਂ ਹੋਣੀਆਂ, ਚਲੋ ਜੇ ਉਹ ਵੀ ਦੇਖ ਲੀਆਂ, ਇੰਨੀਆਂ ਕੰਟਰੀਆਂ ਨੇ, ਕਿੰਨੀ ਧਰਤੀ ਹੈ, ਜਲ ਥਲ ਮਈਅਲ, ਇੰਨੀਆਂ ਧਰਤੀਆਂ ਨੇ, ਕਿਸੇ ਨੇ ਵੇਖੀਆਂ ਹੋਣਗੀਆਂ। ਫਿਰ ਉਹਦਾ ਅੰਤ ਅਸੀਂ ਕਿਵੇਂ ਪਾ ਸਕਨੇ ਹਾਂ? ਕਦੀ ਨਹੀਂ ਪਾ ਸਕਦੇ। ਦੇਖੋ ਇਹ ਤੇ ਧਰਤੀ ਦੀ ਮੈਂ ਗੱਲ ਕਰ ਰਿਹਾ, 90 ਗੁਣਾ ਪਾਣੀ ਹੈ। ਜਿੰਨੀ ਧਰਤੀ ਹੈ ਨਾ, 90 ਗੁਣਾ ਪਾਣੀ ਹੈ, ਤੇ ਉਹ ਧਰਤੀ ਕਿੰਨੀ ਹੋਏਗੀ? ਤਾਂ ਪਰਮਾਤਮਾ ਜਲ ਵਿੱਚ ਵੀ ਹੈ, ਕਿਉਂਕਿ ਜਲ ਦੇ ਲੱਲੇ ਨੂੰ ਸਿਹਾਰੀ ਹੈ। ਥਲ ਇਹ ਵਿਆਕਰਣ ਦੇ ਗ੍ਰਾਮਰ ਦੇ ਪ੍ਰਤੀ ਹੈ, ਉਹ ਜਲ ਵਿੱਚ ਵੀ ਹੈ, ਥਲ ਵਿੱਚ, ਧਰਤੀ ਦੇ ਥੱਲੇ ਵੀ। ਦੇਖੋ ਧਰਤੀ ਦੇ ਥੱਲੇ 7 ਪਰਤਾਂ ਨੇ, 7 ਧਰਤੀਆਂ ਨੇ ਥੱਲੇ। ਜਿਸ ਤਰ੍ਹਾਂ ਕਈ ਵਾਰੀ ਕੋਈ ਤੁਹਾਡੇ ਕੋਲ ਪੁੱਛ ਲੇ ਬ੍ਰਹਿਮੰਡ ਕੀ ਹੁੰਦਾ ਹੈ, ਬ੍ਰਹਿਮੰਡ ਕੀ ਹੈ? 7 ਧਰਤੀ, 7 ਆਕਾਸ਼ ਤੇ 7 ਪਤਾਲ ਮਿਲਾ ਲਓ ਤੇ ਇਹ ਇੱਕ ਬ੍ਰਹਿਮੰਡ ਬਣਦਾ ਹੈ। ਤੇ ਮਹਾਰਾਜ ਦੇ ਬਾਣੀ 'ਚ ਕਹਿੰਦੇ ਨੇ, ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਤੂੰ ਸਰਬ ਜੀਆਂ ਕਾ ਦਾਤਾ। ਕਰੋੜਾਂ ਹੀ ਬ੍ਰਹਿਮੰਡ ਨੇ। ਵਰਡ ਤਾਂ ਯੂਜ਼ ਕੀਤਾ ਹੈ, ਆਖਿਰ ਕੋਈ ਵਰਡ ਤੇ ਲੈਣਾ ਹੀ ਹੈ ਨਾ ਮਹਾਰਾਜ ਨੇ। ਇਹ ਮਹਾਰਾਜ ਦੀ ਮਜਬੂਰੀ ਹੈ ਕਿ ਪਰਮਾਤਮਾ ਨੂੰ ਕਹਿ ਰਹੇ ਨੇ ਕੋਟ ਬ੍ਰਹਿਮੰਡ। ਕਿਉਂ? ਕਿਉਂਕਿ ਪਰਮਾਤਮਾ ਹੈ ਜਿਹੜਾ ਇੰਨੀਆਂ ਬ੍ਰਹਮੰਡਾਂ ਦਾ ਮਾਲਕ ਹੈ। ਇੱਕ ਬ੍ਰਹਮੰਡ ਹੁੰਦਾ 7 ਆਕਾਸ਼, 7 ਪਤਾਲ ਤੇ 7 ਧਰਤੀਆਂ, ਔਰ ਇਹਨਾਂ ਨੂੰ ਇਕੱਠਾ ਕਰ ਲਓ, ਇੱਕ ਬ੍ਰਹਿਮੰਡ ਬਣਦਾ ਹੈ। ਤੇ ਮਹਾਰਾਜ ਕਹਿੰਦੇ ਨੇ ਕਰੋੜਾਂ ਹੀ ਬ੍ਰਹਮੰਡ ਨੇ। ਹੁਣ ਅਸੀਂ ਕਿੱਥੇ ਪਾਵਾਂਗੇ? ਦੇਖੋ ਧਰਤੀ ਥੱਲੇ 7 ਨੇ, ਅਕਲ, ਬਿੱਤਲ, ਸੁੱਤਲ, ਪਲਾਤਲ, ਸਰਾਤਲ, ਮਹਾਤਲ ਤੇ ਪਾਤਾਲ, ਜਿਹਨੂੰ ਕਹਿੰਦੇ ਪਤਾਲ ਦੇ ਵਿੱਚ। ਇਹ ਧਰਤੀ ਦੇ ਥੱਲੇ ਨੇ, 7 ਧਰਤੀਆਂ ਥੱਲੇ ਤੇ ਉੱਤੇ 7 ਆਕਾਸ਼। ਇਹ ਸਭ ਦੇ ਵਿੱਚ ਕੌਣ ਹੈ? ਉਹ ਪਰਮਾਤਮਾ ਹੈ। ਉਹਦਾ ਅੰਤ ਨਹੀਂ ਅਸੀਂ ਪਾ ਸਕਦੇ। ਕਿਉਂ? ਕਿਉਂਕਿ ਪਰਮਾਤਮਾ ਦੀ ਸਿਫਤ ਕਰ ਸਕਨੇ ਆ। ਕੋਈ ਚਾਹਵੇ, ਤੁਸੀਂ ਆਪਣੇ ਪਿਓ ਦਾ ਜਨਮ ਦੱਸ ਸਕਦੇ ਹੋ? ਮੈਂ ਵੀ ਨਹੀਂ ਦੱਸ ਸਕਦਾ, ਤੁਸੀਂ ਵੀ ਨਹੀਂ ਦੱਸ, ਕੋਈ ਵੀ ਨਹੀਂ ਦੱਸ। ਪਿਤਾ ਦਾ ਜਨਮ ਕੇ ਜਾਣੇ ਪੂਤ। ਕੋਈ ਆਪਣੇ ਪਿਓ ਦਾ ਜਨਮ ਦੱਸ ਸਕਦਾ ਮੇਰੇ ਪਿਓ ਦਾ ਜਨਮ ਐਦੋਂ ਹੋਇਆ ਸੀ? ਕਿਉਂ? ਕਿਉਂਕਿ ਉਹ ਹੈ ਹੀ ਨਹੀਂ ਸੀ ਉਸ ਵੇਲੇ। ਤੇ ਰੱਬ ਕਦੋਂ ਹੋਇਆ? ਕੋਈ ਹੈ ਹੀ ਨਹੀਂ ਸੀ ਉਸ ਵੇਲੇ। ਅਸੀਂ ਸਾਰੇ ਉਹਦੇ ਬੱਚੇ ਹਾਂ। ਤੂੰ ਮਾਤ ਪਿਤਾ ਹਮ ਬਾਰਕ ਤੇਰੇ। ਅਸਲੀ ਗੱਲ ਇਹ ਵੇ ਕਿ ਅਸੀਂ ਪਿਓ ਦਾ ਅੰਤ ਨਾ ਪਾਈਏ। ਮਹਾਰਾਜ ਸਿਰਫ ਇਹੀ ਕਹਿ ਰਹੇ ਨੇ। ਤੇ ਇੱਥੇ ਇਹੀ ਗੱਲ ਕਹਿ ਰਹੇ ਨੇ, ਤੂੰ ਜਲ ਥਲ ਮਈਅਲ ਭਰਪੂਰ ਲੀਨਾ, ਤੂੰ ਆਪੇ ਸਰਬ ਸਮਾਣਾ। ਤੂੰ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਜਲ ਵਿੱਚ ਵੀ ਤੂੰ ਹੈ, ਉਹਦੇ ਵਿੱਚ ਜਿਹੜੇ ਜੀਵ ਜੰਤੂ ਨੇ, ਥਲ ਵਿੱਚ ਰਹਿਣ ਵਾਲੇ ਸਾਰੇ ਪਸ਼ੂ ਪਕਸ਼ੀ ਜਾਨਵਰ, ਅਸੀਂ ਮਨੁੱਖ, ਨਰ ਦੇਵਤੇ, ਰਾਖਸ਼, ਹਰ ਤਰ੍ਹਾਂ ਦਾ ਜੋ ਵੀ ਜੀਵ ਰਹਿੰਦਾ ਹੈ। ਅਸੀਂ ਕਹਿੰਦੇ ਨਾ ਪੱਤੇ ਪੱਤੇ ਵਿੱਚ ਵਾਹਿਗੁਰੂ ਹੈ, ਜਲ ਥਲ ਵਿੱਚ ਹੈ। ਤੂੰ ਜਲ ਥਲ ਮਈਅਲ ਭਰਪੂਰ ਲੀਨਾ, ਤੂੰ ਹਰ ਵਿੱਚ ਭਰਿਆ ਪਿਆ, ਭਰਪੂਰ ਹੈ, ਸਮਾਇਆ ਪਿਆ ਹੈ। ਤੋ ਮਹਾਰਾਜ ਕਹਿੰਦੇ ਨੇ ਪਹਿਲੀ ਪੰਕਤੀ, ਫਿਰ ਸ਼ਬਦ ਆਰੰਭ ਕਰਦੇ ਨੇ, ਕੌਣ ਤਰਾਜੀ ਕਵਣ ਤੁਲਾ, ਤੇਰਾ ਕਵਣ ਸਰਾਫ ਬੁਲਾਵਾਂ। ਮਹਾਰਾਜ ਕਹਿੰਦੇ ਨੇ, ਹੇ ਰੱਬ ਜੀ, ਹੁਣ ਉਹ ਗੱਲ ਹੋ ਰਹੀ ਹੈ, ਰੱਬ ਦੀ ਗੱਲ ਹੋ ਰਹੀ ਹੈ। ਕੀ ਕਹਿ ਰਹੇ ਨੇ? ਕੌਣ ਤਰਾਜੀ। ਤਰਾਜੀ ਹੁੰਦਾ ਤਰਾਜੂ, ਤਕੜੀ ਕਹਿ ਲਓ, ਸਕੇਲ ਕਹਿ ਲਓ। ਉਹ ਕਿਹੜਾ ਤਰਾਜੂ ਹੋਏਗਾ ਮੈਂ ਰੱਬਾ ਮੈਂ ਤੈਨੂੰ ਤੋਲ ਸਕਾਂ ਬਈ ਤੂੰ ਐਨਾ ਵੇਂ। ਦੇਖੋ ਮੈਨੂੰ ਗੱਲ ਯਾਦ ਆਈ, ਦੁਨੀਆ ਵਿੱਚ ਨਾ 3 ਮੈਥਡ ਨੇ। ਕੋਈ ਚੀਜ਼ ਲੈਣੀ ਹੋਵੇ ਨਾ, ਅਸੀਂ 3 ਮੈਥਡ ਨੇ। ਇੱਕ ਵੇ ਉਸ ਨੂੰ ਗਿਣ ਕੇ ਕੋਈ ਚੀਜ਼ ਵਸਤੂ ਲੈਣੀ ਹੈ, ਜਾਂ ਤੋਲ ਕੇ
ਜਾਂ ਨਾਪ ਕੇ। ਇਹ ਧਿਆਨ ਦੇਣਾ, ਕਦੀ ਵੀ ਤੁਸੀਂ ਬਾਜ਼ਾਰ ਵਿੱਚੋਂ ਕੋਈ ਵੀ ਚੀਜ਼ ਪਰਚੇਸ ਕਰਦੇ ਹੋ ਤੇ ਉਹਦੇ 3 ਮੈਥਡ ਨੇ। ਜਾਂ ਉਸ ਚੀਜ਼ ਨੂੰ ਗਿਣ ਕੇ ਲੈ ਕੇ ਆਉਂਦੇ ਹੋ, ਜਾਂ ਤੋਲ ਕੇ, ਹੁਣ ਫਰੂਟ ਹੈ ਤੋਲ ਕੇ ਲੈ ਕੇ ਆਉਂਦੇ ਹਾਂ, ਕੋਈ ਚੀਜ਼ ਅਸੀਂ ਉਹਨੂੰ ਗਿਣ ਕੇ ਲੈ ਕੇ ਆਉਂਦੇ ਹਾਂ, ਤੇ ਕੋਈ ਕੱਪੜਾ ਲੈਣ ਜਾਂਦੇ ਉਹ ਨਾਪ ਕੇ ਦਿੰਦਾ ਸਾਨੂੰ ਬਈ ਐਨੇ ਮੀਟਰ ਹੈ। ਕੋਈ ਨਟ ਬੋਲਟ ਲੈਣ ਜਾਂਦੇ ਉਹ ਗਿਣ ਕੇ ਦਿੰਦਾ ਵੀ 1 ਗੁਰਸ ਹੈ ਜਾਂ 100 ਪੀਸ ਨੇ, ਇਹੀ ਹੁੰਦਾ ਨਾ। ਤੇ ਜਾਂ ਕੋਈ ਚੀਜ਼ ਅਸੀਂ ਲੈਂਦੇ ਹਾਂ ਤੋਲ ਕੇ ਲੈਂਦੇ ਹਾਂ, ਸਬਜ਼ੀ ਲੈਂਦੇ ਹਾਂ ਤੋਲ ਕੇ ਲੈਂਦੇ ਹਾਂ। ਇਹ 3 ਤਰੀਕੇ ਨੇ। ਪਰ ਪਰਮਾਤਮਾ ਤੁਹਾਨੂੰ ਨਾ ਨਾਪਿਆ ਜਾ ਸਕਦਾ ਹੈ, ਨਾ ਤੋਲਿਆ ਜਾ ਸਕਦਾ ਹੈ, ਨਾ ਗਿਣਿਆ ਜਾ ਸਕਦਾ ਹੈ। ਜਿਹੜੀ ਚੀਜ਼ ਗਿਣਨ ਵਿੱਚ ਆ ਜਾਏ, ਤੋਲਣ ਵਿੱਚ ਆ ਜਾਏ, ਨਾਪਣ ਵਿੱਚ ਆ ਜਾਏ, ਉਹਦਾ ਮੁੱਲ ਪੈ ਜਾਂਦਾ ਹੈ। ਮੇਰੀ ਗੱਲ ਧਿਆਨ ਦੇਣਾ। ਕੋਈ ਬੰਦਾ ਬੜਾ ਧਨਾੜ ਹੈ, ਬੜਾ ਹੀ ਅਮੀਰ ਹੈ, ਤੇ ਕਿਸੇ ਨੇ ਕਿਹਾ ਕਿੰਨਾ ਅਮੀਰ ਹੈ? ਕਹਿੰਦਾ ਉਹ ਬਹੁਤ ਮਾਇਆ ਹੈ। ਕਹਿੰਦਾ ਫਿਰ ਵੀ ਆਫਟਰ ਆਲ ਕਿੰਨੀ ਕੁ ਮਾਇਆ ਉਹਦੇ ਕੋਲ? ਉਹ ਕਹਿੰਦਾ ਬਹੁਤ ਹੈ। ਉਹਨੇ ਕਿਹਾ ਗਿਣ ਲੈ। ਫਿਰ ਉਹਨੇ 2-4 ਦਿਨ 5 ਦਿਨ ਆਪਣੇ ਕੈਸ਼ੀਅਰ ਨੂੰ ਬੁਲਾਇਆ, ਮੁਨਸ਼ੀ ਨੂੰ ਬੁਲਾ ਕੇ ਸਾਰੀ ਆਪਣੀ ਜਾਇਦਾਦ ਦੀ ਵੈਲਿਊ ਲਵਾਈ। ਤੁਸੀਂ ਕਿਤੇ ਬਾਹਰ ਜਾਣਾ ਹੋਵੇ, ਕਈ ਵਾਰੀ ਉਹ ਵੈਲਿਊ ਪੁੱਛਦੇ ਨੇ ਕੀ ਕੀ ਹੈ ਤੁਹਾਡੀ ਚੀਜ਼ਾਂ। ਉਹਨੇ ਵੈਲਿਊ ਲਾਈ ਤੇ ਇੱਕ ਫਿਗਰ ਬਾਹਰ ਆ ਗਈ, ਨੀਅਰ ਅਬਾਊਟ ਕਹਿੰਦੇ ਨੇ ਜਿਹਨੂੰ। ਤੇ ਜਿਹਦੀ ਫਿਗਰ ਬਾਹਰ ਆ ਜਾਏ, ਬਸ ਜੇ ਉਹ 10 ਕਰੋੜ ਦਾ ਮਾਲਕ ਹੈ ਜਾਂ 10,000 ਕਰੋੜ ਦਾ ਮਾਲਕ ਹੈ, ਉਹਦੀ ਇੱਕ ਲਿਮਟ ਹੋ ਗਈ ਬਈ ਇਹ ਇੱਥੋਂ ਤੱਕ ਹੈ। ਪਰ ਰੱਬ ਹੈ ਨਾ ਜਿਹੜਾ, ਉਹ ਨਾ ਤੋਲਣ ਵਿੱਚ ਜੇ, ਨਾ ਨਾਪਣ ਵਿੱਚ ਹੈ, ਤੇ ਨਾ ਗਿਣ ਕੇ ਕੋਈ ਦੱਸ ਸਕਦਾ ਵੀ ਰੱਬ ਇੰਨਾ ਹੈ ਜਾਂ ਰੱਬ ਇੰਨਾ। ਮਾਰ ਕਹਿੰਦੇ ਕਿਹੜਾ ਤਰਾਜੂ ਲਿਆਵਾਂ ਮੈਂ? ਕੌਣ ਤਰਾਜੀ? ਕਿਹੜੇ ਉਸ ਤਰਾਜੂ ਵਿੱਚ ਮੈਂ ਤੋਲ ਕੇ ਦੱਸਾਂ ਕਿ ਰੱਬ ਇੰਨਾ ਵੱਡਾ ਹੈ? ਕਵਨ ਤੁਲਾ ਮੀਨਸ ਤੁਲਾ ਹੁੰਦਾ ਵੱਟਾ ਜਿਹਦੇ ਨਾਲ ਤੋਲਦੇ ਨੇ। ਚਲੋ ਅੱਜ ਕੱਲ੍ਹ ਤਾਂ ਡਿਜੀਟਲ ਹੈ, ਲੇਕਿਨ ਕਈ ਵਾਰੀ ਤੁਸੀਂ ਦੇਖੋ ਸਕੇਲ, ਕੋਈ ਸਬਜ਼ੀ ਲੈਣ ਜਾਓ ਜਾਂ ਫਰੂਟ ਲੈਣ ਜਾਓ, ਤੇ ਉਹਨੇ ਜਿਹੜਾ ਤਰਾਜੂ ਰੱਖਿਆ ਹੁੰਦਾ, ਇੱਕ ਤਰ੍ਹਾਂ ਵੱਟੇ ਰੱਖੇ ਹੁੰਦੇ ਨੇ। ਵੱਟੇ ਨਾਲ ਤੁਹਾਨੂੰ ਤੋਲ ਕੇ ਉਹ ਚੀਜ਼ ਦਿੰਦਾ ਹੈ ਵੀ ਇੰਨੀ ਚੀਜ਼ ਚਾਹੀਦੀ, ਉਹ 1 ਕਿਲੋ ਚਾਹੀਦੀ ਹੈ, 2 ਚਾਹੀਦੀ ਹੈ, 250 ਗ੍ਰਾਮ, ਜੋ ਵੀ ਹੈ। ਪਰ ਮਹਾਰਾਜ ਕਹਿੰਦੇ ਨੇ ਉਹ ਕਿਹੜਾ ਵੱਟਾ ਲਿਆਵਾਂ? ਤੇਰਾ ਕਵਣ ਸਰਾਫ ਬੁਲਾਵਾਂ। ਸਰਾਫ ਜਵੈਲਰ, ਸੁਨਿਆਰਾ ਕਹਿ ਲਓ। ਸੁਨਿਆਰੇ ਦੇ ਬੜੇ ਉਦਾਹਰਨ ਨੇ। ਜੱਤ ਪਹਾੜਾ ਧੀਰਜ ਸੁਨਿਆਰ ਮਹਾਰਾਜ ਨੇ, ਉੱਥੇ ਵੀ ਸੁਨਿਆਰੇ ਦੀ ਦੁਕਾਨ ਦੀ ਪੂਰੀ ਪਿਕਚਰ ਸਾਨੂੰ ਅਸੀਂ ਜਪਜੀ ਸਾਹਿਬ ਵਿੱਚ ਸਰਵਣ ਕਰਕੇ ਆਏ ਸਾਂ। ਮਹਾਰਾਜ ਕਹਿੰਦੇ ਨੇ ਮੈਂ ਕਿਸ ਸਰਾਫ ਕੋਲ ਜਾ ਕੇ ਉਹਦੇ ਕੋਲੋਂ ਪੁੱਛਾਂ ਬਈ ਇੰਨਾ, ਕਿਉਂਕਿ ਸਰਾਫ ਤੁਹਾਡੇ ਕੋਲ ਹੀਰਾ, ਸਪੋਜ਼ ਮੈਂ ਐਗਜ਼ਾਮਪਲ ਤਾਂ ਦੇ ਰਿਹਾ ਗੱਲ ਸਮਝ ਆ ਜਾਏ। ਸਰਾਫ ਕੋਲ ਤੁਸੀਂ ਜਾਂਦੇ ਹੋ, ਮੇਰੇ ਕੋਲ ਹੀਰਾ ਹੈ ਕਹਿੰਦੇ ਹੋ ਨਾ, ਹੀਰਾ, ਤੇ ਉਹ ਹੀਰੇ ਤੋਲ ਕੇ ਨਹੀਂ ਹੁੰਦਾ, ਉਹ ਵੇਖ ਕੇ ਇੱਕ ਆਈਡੀਆ ਲਮਸਲਮ ਦੇ ਦਿੰਦਾ ਵੀ ਐਨੇ ਦਾ। ਉਹ ਇਹ ਨਹੀਂ ਕਹਿੰਦਾ ਇੰਨੇ ਗ੍ਰਾਮ ਦਾ, ਇੰਨਾ ਭਾਰਾ ਵੇ ਤੇ ਇਹ ਵੈਲਿਊ ਹੈ ਉਹਦੀ, ਨਹੀਂ। ਉਹ ਪਰਖ ਕਰਕੇ ਦੱਸ ਦਿੰਦਾ ਹੈ ਕਿ ਇਹ ਕਰੀਬ ਐਨੇ ਦਾ ਹੋਏਗਾ, ਆਸ-ਪਾਸ ਦੱਸ ਦੇਗਾ ਬਈ ਐਨੇ ਤੱਕ ਹੋਏਗਾ। ਮੁੱਲ ਪੈ ਗਿਆ ਨਾ। ਮਹਾਰਾਜ ਕਹਿੰਦੇ ਨੇ ਮੈਂ ਕਿਸ ਕੋਲ ਜਾਵਾਂ ਜਿਹਦੇ ਕੋਲ ਤਰਾਜੂ ਇੰਨਾ ਵੱਡਾ ਹੋਵੇ, ਜਿਹਦੇ ਕੋਲ ਜਾਵਾਂ ਇੰਨਾ ਵੱਡਾ ਵੱਟਾ ਹੋਵੇ, ਕਿਸ ਸਰਾਫ ਕੋਲ ਜਾ ਕੇ ਮੈਂ ਇਹ ਗੱਲ ਪੁੱਛ ਲਵਾਂ ਕਿ ਇਹ ਪਰਮਾਤਮਾ ਕਿੰਨਾ ਕੁ ਹੈ? ਤਾਂ ਮਹਾਰਾਜ ਅੱਗੇ ਕਹਿ ਰਹੇ ਨੇ, ਕੌਣ ਤਰਾਜੀ ਕਵਣ ਤੁਲਾ, ਤੇਰਾ ਕਵਣ ਸਰਾਫ ਬੁਲਾਵਾਂ। ਕੌਣ ਗੁਰੂ ਕੈ ਪਹਿ ਦੀਖਿਆ ਲੇਵਾ, ਕਹਿ ਪੈ ਮੁੱਲ ਕਰਾਵਾਂ। ਕਹਿੰਦੇ ਨੇ ਮੈਂ ਕਿਹੜੇ ਗੁਰੂ ਕੋਲ ਜਾਵਾਂ, ਕਿਹੜੇ ਉਸਤਾਦ ਕੋਲ ਜਾਵਾਂ? ਦੇਖੋ ਮੈਂ ਪਹਿਲਾਂ ਹੀ ਕਿਹਾ 3 ਰਸਤੇ ਨੇ ਦੁਨੀਆ ਵਿੱਚ ਚੀਜ਼ ਨੂੰ ਨਾਪਣ ਦੇ, ਤੋਲਣ ਦੇ, ਤੇ ਜਾਂ ਫਿਰ ਗਿਣ ਕੇ ਮੁੱਲ ਪੈ ਜਾਂਦਾ ਹੈ। ਪਰਮਾਤਮਾ ਗਿਣਨ ਵਿੱਚ, ਤੋਲਣ ਵਿੱਚ ਤੇ ਨਾਪਣ ਵਿੱਚ ਹੈ ਹੀ ਨਹੀਂ ਹੈ। ਫਿਰ ਮੈਂ ਕਿਹੜਾ ਵੱਟਾ ਲਿਆਵਾਂ, ਕਿਹੜਾ ਤਰਾਜੂ ਲਿਆਵਾਂ, ਕਿਹੜੇ ਸਰਾਫ ਕੋਲ ਜਾ ਕੇ ਉਸ ਪਰਮਾਤਮਾ ਦਾ ਕਿਹੋ ਜਿਹਾ ਸਰਾਫ ਮੇਰੇ ਕੋਲ ਮੈਂ ਕਿਹਨੂੰ ਲੱਭਾਂ ਜਿਹੜਾ ਇਹਦਾ ਮੁੱਲ ਦੱਸ ਸਕੇ, ਪਰਮਾਤਮਾ ਦਾ ਅੰਤ ਦੱਸ ਸਕੇ। ਮਹਾਰਾਜ ਕਹਿੰਦੇ ਨੇ ਕਿਹੜੇ ਉਸਤਾਦ, ਕਿਹੜੇ ਗੁਰੂ ਕੋਲ ਜਾਵਾਂ ਜਿਹੜਾ ਇਸ ਨੂੰ ਦੱਸ ਸਕੇ ਕਿ ਇਹਦਾ ਮੁੱਲ ਕੀ ਹੈ। ਅਸੀਂ ਉਸ ਗੁਰੂ ਕੋਲ ਜਾਣਾ ਹੈ। ਕਿਹਦੇ ਕੋਲ ਜਾਣਾ ਹੈ? ਤਾਂ ਮਹਾਰਾਜ ਕਹਿੰਦੇ ਨੇ
उस परमात्मा का कोई अंत नहीं है। तेरा अंत ना जाना। कहते ने मेरे लाल जीओ, हे परमात्मा तुहाडा कोई अंत ही नहीं है। क्यों? क्योंकि तुसी जल विच भी हो। मैं कित्थे कित्थे तुहाडी गिनती करांगा। ये तो एक धरती है, किन्ने जीव रह रहे ने, ते इहो जिहियां करोड़ां ही धरतियां ने। मैं हिसाब लावांगा तो मेरे को हिसाब ही मुक जाने ने। रब तेरा अंत नहीं पा। अंत न सिफती, उन्हें पढ़ के आए ना, अंत न सिफती देन ना अंत, अंत न सिफती कहन ना अंत। ये सारी अंत कारण के तुम्हारे कहते अंत कारण केते बिलाए ताकि अंत न पाए जाए। ये अंत ना जाने कोई, बहुता कहिए बहुता होए। हुण मैं कह रहा ना, होर कहता जावां वधदा जाएगा। कई चीज़ किसी नूं कहण नाल घट जाती है। बई इन्ना वड्डा है, इन्ने वो कहेगा किन्ना वड्डा है, कहेगा 10 बिल्डिंगां दा मालिक है। बस अगों दसो, कहता कुछ नहीं। किसी की सिफत करनी होवे असी ते 4-5 पेज भर लवांगे। किसी की होर गल करनी, वो इन्ना सोहना वे, इन्नी अच्छी गल करदा वे, इन्नी निमरता वाला है, गल मुक जाएगी। परमात्मा जद मैं तुहाडे विच वेखना वा, तुहानूं बहुता कहिए बहुता होए, मैं कही जाना तो होर हो ही जाता पिया। ये तो वधदा ही जा रहा। ये तो घटन वाला विषय ही नहीं है। घटन वाला तां होए जे उहदा अंत पै जाए, उहदी लिमिटेशन ही नहीं है। परमात्मा कितना वड्डा है। जे परमात्मा की असी गहराई विच जाइए ना, तो परमात्मा का अंत पा ही नहीं सकता। मैं पहला क्या, धरती तो 90 गुणा पानी है। असी तो अपनी जिस धरती ते रहने वो नहीं वेखी, तो 90 गुणा पानी। ये तो एक धरती है, तो ये वजियां करोड़ां धरतियां ने। तू आपे सर्व समाना, तू सारे दे विच समाया। यही तो गल हुई सी जदों गुरु नानक पातशाह बगदाद गए, तो उत्थे बाहर बैठ के ना महाराज बगदाद दे बाहर, ते राग छेड़ दिता, कीर्तन शुरू करवाया, मरदानिया रबाब छेड़ बाणी आई है। क्योंकि उस बगदाद दे विच कोई गा नहीं सकता सी, कोई संगीत की धुनी ला नहीं सकता सी, उत्थे बैन सी। महाराज उस बगदाद विच जाके गुरु नानक पातशाह ने बाहर पिंड दे क्या मरदानिया रबाब छेड़ बाणी आई है। तो महाराज उसने महाराज का हुक्म नूं पालन किया, तो महाराज ने ये शब्द उचारिया, पातालां पाताल लख आगासां आगास। जदों ये गल्लां लोगों ने सुनिया, इकट्ठ होया, उन्होंने बड़ा फील होया। ये फकीर साईं कित्थों आके संगीत गा रहा है, इत्थे बगदाद दे विच गा रहा है। बगदाद इत्ते बिल्कुल मनाई है। और फिर ये वो गल कर रहे जिहड़ी मुहम्मद साहब तो भी, मुहम्मद साहब नूं झूठा दस रहा है। मुहम्मद साहब तो कहते हैं 7 धरतियां ने, 7 आसमान ने, अल्लाह उत्थे रहिंदा है। तो ये गल कर रहे पताला पाताल लख, लख ने आगाश लखा ने, पर मारे कहते ने पाताला पाताल लख आगासा गा ओढ़ ओढ़ पाल तके वेद कह नहीं कहा। मारे कहते मैं नहीं कह रहा, ये वेद कह रहे ने, मैं तो कह रहा वह अंत ही नहीं पै सकता। जे मैं लख कह दिते तो उसकी गिनती खत्म हो जाएगी। मैं पहला कहा वे जे किसी की गिनती खत्म करनी हो, भी इन्ना अमीर है 10,000 20,000 करोड़ का मालक है, बस उस उत्ते तो नहीं ना, तो मतलब उस बंदे का मुल पै गया। पर परमात्मा का मुल ही नहीं। मारे कहते जेडे मैं लखा आकाश पताल कह रहा ना, ये तुहाडे वेद कह रहे ने, ओढ़क ओढ़क पाल तके वेद कह नहीं कवात। मारे कहते ने पर परमात्मा का कोई अंत ही नहीं है। ये तो उन्होंने सोच च लिया कि लखा ने, क्योंकि वेख्या ही नहीं है। जदों उत्थे दे लोगां ने जाके उस दस्तगीर नूं, बगदाद दा पीर सी जिहड़ा, उन्होंने शिकायत लगाई, की क्या कि एक फकीर साईं आया, एक तो संगीत गा रहा है, उत्तों कह रहा है कि लखां ही आकाश पताल ने। तो वह पीर नूं गुस्सा चढ़ गया कि मुहम्मद साहब की गल नूं झूठा कह रहे हैं। और इस धरती ते जिथे पीरां की धरती है, जिथे इत्थे इस्लाम धर्म का गढ़ है, ये बाबा नानक ही है जिहड़ा, या बाबा कबीर वर्गे ने जिहड़े उस कर्म कांडां वाली जगह ते जाके
महाराज ने होका दिता ते कहण दी हिम्मत रखी। बाबर नूं जाबर कहण दी हिम्मत किन्ने रखी? गुरु नानक ने रखी। भावें महाराज नूं जेल विच कर दिता उसने, पर अज वेखो, अज दे अजोके लीडर देखो, मैनूं कहण दी लोड़ नहीं, धर्म करके अपना वेश ही बदल जाते हैं। जे धर्म की गल आती है अपनी जुबान ही बदल जाते हैं। पर गुरु नानक सी जिहड़े बगदाद भी जाके कह रहे लखां गाज पताल ने, वो भी लिमिट नहीं है। तो जद ये गल सुनी तो भजदे आया, वो पीर आया, तो पीर ने फिर जाके विचार की, कहने इदा मतलब मुहम्मद साहब झूठे ने साडे जिहड़े 7 असमान भी कहते ने, तुसी लखां कह रहे हो। महाराज कहते उहदा ते अंत ही नहीं है। तो जब ये गल सुनी महाराज कहते ना तुहाडे मुहम्मद साहब गलत कह रहे ने, ना वेद गलत कह रहे ने। देखो गुरु नानक पातशाह की वडियाई, कहते ना गुरु नानक पातशाह कहते ना वेद गलत कह रहे ने, ना तुहाडे मुहम्मद साहब गलत कह रहे ने, क्योंकि मुहम्मद साहब ने देखे ही 7 ने, तुहाडे वेदां ने वेखे ही लखां ने बस। पर मेरी नज़र नाल वेखो परमात्मा दा, मेरे लाल जीओ तेरा अंत ना जाना, तू बेअंत है। तो उन्होंने कहा, फिर महाराज ने कहना दिखाओ फिर कितने ने, किन्ने कु ने। महाराज कहते चल फिर तेनों लै चलीए। कहता नहीं नहीं मैं तो बड़ा ना बजुर्ग हो गया वा, मैं तो जा नहीं पावांगा, तुसीं मेरे बेटे नूं नाल लै जाओ, इनू दिखाओ। तो महाराज ने मेहर भरिया उस ते हथ रखिया, उहदी सुरत नूं उस परमात्मा वाल लैके गए। उत्थे फिर शब्द भाई गुरदास जी ने उचारिया, पुछे पीर तरका तकरार कर ए फकीर वड्डा अताई, इत्थे विच बगदाद दे वड्डी करामात दिखलाई। कहंदे ने उस फकीर केड़ा आया वे, उन्हें जिहड़े बगदाद विच एक करामात दिखाई, केड़ी पातालां आकाश लख ओड़क भाली खबर सुनाई। बड़ी अजीब खबर सुनाई कि लखां ही पताल आकाश ने, फेर दुरायन 10 गिर असां भी देखा जो तोए पाई। फिर पीर कहता सानू भी दस फकीर, जे तू इन्ने वेखे ने तो सानू भी उहदे दर्शन करा। तो फिर की कीता, नाल लीता बेटा पीर दा। महाराज ने फिर उस पीर दे बेटे नूं, उहदी सुरत नूं, ये नहीं कि पीर दे बेटे नूं क्या चल, नहीं, उहदी सुरत नूं हाथ रखिया, अखी मीट गया हवाई, अखां मीटियां ते लै गए महाराज उसकी सुरत नूं, उसके बच्चे नूं, सूक्ष्म शरीर नूं उत्थे लै गए उपर। जिथे जान सत संगत हो रही होवे, गुरु नानक पातशाह सामने बैठे होन ते महाराज उपदेश दे रहे ने, जेड़ियां धरतियां ते जान, ते फिर उत्थे सतसंग हो रहा है। ते करदे करदे 4-5 साल हो गए। देखो ये सुरत की गल है, ये माया की खेड है। 4-5 साल हो गए तो वो तंग आ गया बच्चा, कहता वाकई ये तो लिमलखा ही दिखा दिता महाराज ने। फिर जिथे जिथे सत्संग होए महाराज उत्थे किनका किनका प्रसाद दा की करते सन, पर कर चकोल प्रसाद दा धूरों पतालो लई कड़ाई। फिर प्रसाद दा किनका किनका उहदे विच पा के ते उस ढूणे दे विच प्रसाद लिया। फिर कहता महाराज मैं अक गया, वाकई तुसी सही कह रहे हो, ये तो गिनती नहीं है परमात्मा की, लखां महाराज ने दिखा दिते। कहता फिर मनु महाराज मेरे पिता जी भी उड़ीक रहे होने ने, पीर साहब अब्बू मेरे जान उड़ीक रहे होने ने, इन्ना समा हो गया, चलो हुण महाराज ने उहदी सुरत नूं जद लिआंदा उत्थे, हालांकि समा नहीं सी, वो तो अख चमकन जिन्ना समा सी, पर महाराज ने उस समय नूं माया की खेड विच इन्ना लंबा करके उन्होंने दिखा दिता कि वाकई लखां आकाश पताल है, लिमिट ही नहीं है। तो फिर वो प्रसाद, फिर उन्हें जब उन्हें तकरीर की तो उन्हें दसिया बेटे ने, भाई परमात्मा बेअंत है अबू, परमात्मा कोई दायरे विच नहीं है, तेरा मेरे लाल जीओ तेरा अंत ना जाना, ये परमात्मा तुहाडा अंत कोई पा ही नहीं सकता। अज बड़े बड़े लाले वाहिगुरू बड़े बड़े पखंडी दमी खड़े, आओ तुहानू रब नूं दिखाइए रब कितना वड्डा है। ओए रब कोई तराजू कोई
ਤੋਲ 'ਚ ਥੋੜ੍ਹਾ ਆ ਜਾਣਾ ਹੈ, ਜਿਹੜਾ ਰੱਬ ਸਾਡੇ ਇਸ ਮਨ ਦੇ ਵਿੱਚ ਆ ਜਾਏਗਾ, ਸਾਡੀ ਸੋਚ 'ਚ ਆ ਜਾਏਗਾ। ਪਹਿਲਾਂ ਸੋਚ ਨੂੰ ਪਵਿੱਤਰ ਕਰ। ਫਿਰ ਉਸ ਮਾਲਕ ਨੇ ਭਰੀ ਸਭਾ ਦੇ ਵਿੱਚ ਦਸਤਗੀਰ ਨੂੰ ਸਮਝਾ ਦਿੱਤਾ, ਜਾਹਰ ਕਲਾ ਨਾ ਛਪੈ ਛਪਾਈ। हे परमात्मा, ਤੁਹਾਡੀ ਇਸ ਬੇਅੰਤਤਾ ਨੂੰ ਕੋਈ ਨਹੀਂ ਜਾਣ ਸਕਦਾ। ਰੱਬ ਨੂੰ ਕੋਈ ਦਾਇਰੇ ਵਿੱਚ ਕਿਸੇ ਡੱਬੀ 'ਚ ਬੰਦ ਨਾ ਕਰੋ, ਬਈ ਰੱਬ ਇੰਨਾ ਹੈ। ਅਸੀਂ ਗੁਰੂ ਸਾਹਿਬ ਦੇ ਦੁਆਰੇ ਜਾਂਦੇ ਹਾਂ, ਅਸੀਂ ਇੰਨਾ ਹੀ ਨਾ ਸਮਝੀਏ ਕਿ ਸਿਰਫ ਇਹ ਛੋਟੀਆਂ ਸਾਡੀਆਂ ਇਹ ਮਾਇਕ ਪਦਾਰਥਾਂ ਦੀਆਂ ਇੱਛਾਵਾਂ ਨੂੰ ਪੂਰਨ ਕਰਨ ਵਾਸਤੇ ਬੈਠਾ ਹੈ। ਨਹੀਂ, ਰੱਬ ਤੇ ਬੇਅੰਤ ਹੈ। ਉਹ ਸਾਡੇ ਵਰਗੇ ਤੇ ਖਰਬਾਂ ਨੂੰ ਰੋਟੀ ਦੇ ਰਿਹਾ ਹੈ। ਉਹ ਤੇ ਪਤਾ ਕਿਹਨੂੰ ਕਿਹਨੂੰ ਦੇ ਰਿਹਾ ਹੈ। ਤੇ ਇਹ ਤੇ ਚੀਜ਼ ਤੈਨੂੰ ਧੁਰੋਂ ਮਿਲਣੀ ਹੈ। ਤਾਂ ਗੁਰੂ ਸਾਹਿਬ ਇਹੀ ਕਹਿ ਰਹੇ ਨੇ, हे परमात्मा, ਮੈਂ ਤੇਰਾ ਪਰਿਵਾਰ ਤੇਰਾ ਜਦੋਂ ਦੇਖਦਾ ਵਾਂ, ਅੰਤ ਨਹੀਂ ਮੈਂ ਪਾ ਸਕਦਾ। ਤਾਂ ਇਸ ਕਰਕੇ ਫਿਰ ਦੂਜੇ ਬੰਦ 'ਚ ਮਹਾਰਾਜ ਕਹਿ ਰਹੇ ਨੇ, ਮਨ ਤਰਾਜੀ ਚਿਤ ਤੁਲਾ। ਫਿਰ ਕੀ ਕਰਨਾ ਮਹਾਰਾਜ, ਕੀ ਕਰੀਏ ਦੱਸੋ? ਫਿਰ ਅਸੀਂ ਕੀ ਕਰੀਏ? ਨਾ ਕੋਈ ਤਰਾਜੂ ਵਿੱਚ ਆ ਰਿਹਾ ਹੈ, ਨਾ ਤਕੜੀ ਵਿੱਚ ਤੋਲਿਆ ਜਾ ਸਕਦਾ ਹੈ, ਨਾ ਕਿਸੇ ਸਰਾਫ ਕੋਲੋਂ ਦੱਸਿਆ ਜਾ ਸਕਦਾ ਇੰਨਾ ਵੱਡਾ ਹੈ। ਤੇ ਮਹਾਰਾਜ ਕਹਿੰਦੇ ਨੇ, ਫਿਰ ਕਰ ਮਨ ਨੂੰ ਤਰਾਜੂ ਬਣਾ ਲੈ, ਮਨ ਨੂੰ ਤਰਾਜੂ ਬਣਾ ਲੈ, ਤਕੜੀ ਬਣਾ ਲੈ। ਮਨ ਤਰਾਜੀ ਚਿਤ ਤੁਲਾ। ਆਪਣੇ ਚੇਤੇ ਨੂੰ ਨਾ, ਜਿੱਥੇ ਰੱਬ ਨੂੰ ਚੇਤੇ ਕਰਨਾ ਹੈ, ਉਹਨੂੰ ਵੱਟਾ ਬਣਾ ਲੈ। ਤੇਰੀ ਸੇਵ ਸਰਾਫ ਕਮਾਵਾਂ। ਜਿਹੜੀ ਤੂੰ ਪਰਮਾਤਮਾ ਦੀ, ਦੀਨ ਦੁਖੀਆ ਦੀ, ਲੋਕਾਂ ਦੀ ਸੇਵਾ ਕਰਨਾ ਹੈ ਨਾ, ਉਹਨੂੰ ਸਰਾਫ ਬਣਾ ਲੈ। ਤੇ ਫਿਰ ਕੀ ਹੋਏਗਾ? ਫਿਰ ਘਟ ਹੀ ਪੀਤਰ ਸੋ ਸ਼ਹੋ ਤੋਲੀ, ਇਨ ਬਿਦ ਚਿਤ ਰਹਾਵਾ। ਫਿਰ ਤੈਨੂੰ ਕੀ ਹੋਏਗਾ? ਉਸ ਪਰਮਾਤਮਾ ਦਾ ਤੂੰ ਅੰਤ ਨਹੀਂ ਪਾ ਪਾਏਗਾ ਇਹਦੇ ਨਾਲ, ਪਰ ਇਹ ਤੈਨੂੰ ਗਿਆਨ ਹੋ ਜਾਏਗਾ ਕਿ ਘਟ ਹੀ ਪੀਤਰ ਸੋ ਸੋ, ਕਿ ਇਹਨਾਂ ਚਰਨਾਂ, ਇਹਨਾਂ ਤਰੀਕਿਆਂ ਨਾਲ ਜਦੋਂ ਮੈਂ ਮਨ ਨੂੰ ਤਰਾਜੂ ਬਣਾਇਆ ਨਾ, ਚਿੱਤ ਨੂੰ ਵੱਟਾ ਬਣਾਇਆ, ਤੇ ਸੇਵਾ ਨੂੰ ਮੈਂ ਸਰਾਫ ਬਣਾਇਆ, ਮੈਨੂੰ ਇਹ ਫੀਲ ਹੋਇਆ ਕਿ ਪਰਮਾਤਮਾ ਤੇ ਘੱਟ ਵਿੱਚ ਹੀ ਹੈ। ਘੱਟ ਮੈਂ ਹੁਣੇ ਪੜਿਆ ਨਾ, ਅਰਜੂ ਬਸੇ ਸੰਤਨ ਕਿਉ ਪੁਕਾਰ। ਤੋ ਮਹਾਰਾਜ ਕਹਿੰਦੇ ਨੇ, ਘਟ ਹੀ ਭੀਤਰ ਸੋ ਸ਼ੋ ਤੋਲੀ। ਮਹਾਰਾਜ ਕਹਿੰਦੇ ਨੇ, ਇਸ ਕਰਕੇ ਉਹ ਘੱਟ ਦੇ ਵਿੱਚ ਹੀ ਹੈ। ਸੋ ਸ਼ੋ ਤੋਲੀ ਇਨ ਬਿਦ ਚਿਤ ਰਹਾਵਾ। ਇਸ ਤਰ੍ਹਾਂ ਹਿਰਦੇ ਵਿੱਚ ਮੈਂ ਪ੍ਰਭੂ ਪਰਮਾਤਮਾ ਨੂੰ ਬੈਠਿਆ, ਉਸ ਨੂੰ ਜਾਂਚ ਸਕਾਂਗਾ। ਅੰਤ ਨਹੀਂ ਪਾਣਾ, ਅੰਤ ਨਹੀਂ ਪਾ ਸਕਦੇ। ਹਾਂ, ਅਸੀਂ ਇਸ ਹਿਰਦੇ ਵਿੱਚੋਂ ਰੱਬ ਨੂੰ ਵੇਖ ਸਕਦੇ ਹਾਂ। ਰੱਬ ਤੇ ਅੰਦਰ ਹੀ ਹੈ। ਕਿਸੇ ਨੇ ਸਵਾਲ ਕਰ ਦਿੱਤਾ, ਸਿਆਣੇ ਨੇ, ਜੇ ਰੱਬ ਅੰਦਰ ਹੈ ਤੇ ਪ੍ਰਗਟ ਕਿਉਂ ਨਹੀਂ ਹੁੰਦਾ? ਜੇ ਰੱਬ ਹੈ ਤੇ ਫਿਰ ਪ੍ਰਗਟ ਕਿਉਂ ਨਹੀਂ ਹੁੰਦਾ? ਭਾਈ ਰੱਬ ਸਾਰਿਆਂ ਵਿੱਚ ਹੈ। ਪ੍ਰਗਟ ਉਹਨੂੰ ਹੁੰਦਾ ਹੈ ਜਿਹੜਾ ਅੰਦਰ ਰੱਬ ਨੂੰ ਲੱਭੇਗਾ। ਅਸੀਂ ਲੱਭਿਆ ਹੀ ਨਹੀਂ, ਅਸੀਂ ਬਾਹਰ ਲੱਭਦੇ ਰਹੇ। ਬਾਹਰ ਢੂੰਡਣ ਤੇ ਛੂਟ ਪਰੈ। ਗੁਰ ਘਰ ਹੀ ਮਾਏ ਦਿਖਾਇਆ ਥਾ, ਉਹ ਤੇ ਘਰ ਹੀ ਸੀ। ਅਸੀਂ ਐਵੇਂ ਬਾਹਰ ਲੱਭਦੇ ਰਹੇ, ਰੱਬ ਤੇ ਅੰਦਰ ਹੀ ਬੈਠਾ ਸੀ। ਦੇਖੋ, ਨਲਕੇ ਹੁੰਦੇ ਨਾ, ਨਲਕੇ ਕਈ ਵਾਰੀ ਲੈ ਜਾਂਦਾ ਪਾਣੀ ਥੱਲੇ, ਤੇ ਉਹ ਕਹਿੰਦਾ ਵੀ ਨਲਕਾ ਲੈ ਗਿਆ, ਤੇ ਉਹ ਕਹਿੰਦਾ ਪਾਣੀ ਲਿਆਓ। ਰਿਪੇਅਰਿੰਗ ਵਾਲੇ, ਤੁਸੀਂ ਪਲੰਬਰ ਨੂੰ ਬੁਲਾਇਆ, ਉਹਨੇ ਕਿਹਾ ਅੱਛਾ ਪਾਣੀ ਲੈ ਗਿਆ, 1-2 ਮੱਗੇ ਪਾਣੀ ਦੇ ਲਿਆਓ। ਉਹ ਕਹਿੰਦਾ ਜੇ ਪਾਣੀ ਕੱਢਣ ਵਾਸਤੇ ਬੁਲਾਇਆ ਤਾਂ ਤੂੰ ਪਾਣੀ ਮੰਗ ਰਿਹਾ? ਕਹਿੰਦਾ ਮੈਂ ਇਸ ਕਰਕੇ ਬੁਲਾ ਰਿਹਾ ਕਿ ਉਸ ਨੀਚੇ ਜਿਹੜਾ ਪਾਣੀ ਹੈ ਨਾ, ਉਹਨੂੰ ਕੱਢਣ ਵਾਸਤੇ ਸਾਨੂੰ 2 ਮੱਗੇ ਪਾਣੇ ਪੈਣਗੇ ਪਾਣੀ ਦੇ। ਜੇ ਰੱਬ ਦੇ ਨਾਮ ਨੂੰ ਪ੍ਰਗਟ ਕਰਨ ਵਾਸਤੇ ਇਸ ਨਾਮ ਨੂੰ ਹਿਰਦੇ ਵਿੱਚੋਂ ਲੈਣਾ ਪਏਗਾ। ਉਹ ਨਾਮ ਕਿਹਦੇ ਕੋਲ ਮਿਲੇਗਾ? ਮਹਾਰਾਜ ਕਿਸ ਦੁਕਾਨ ਤੋਂ ਮਿਲੇਗਾ? ਕਿਸ ਬਾਬੇ ਕੋਲ ਮਿਲੇਗਾ? ਮਹਾਰਾਜ ਕਹਿੰਦੇ ਕਿਸੇ ਬਾਬੇ ਕੋਲ ਨਹੀਂ ਮਿਲੇਗਾ। ਵੈਸੇ ਪਹਿਲੀ ਗੱਲ ਤਾਂ ਇਹ ਹੈ ਕਿ ਸਾਡਾ ਬਾਬਾ ਇੱਕੋ ਹੀ ਹੈ। ਇੱਕ ਬਾਬਾ ਅਕਾਲ, ਦੂਜਾ ਰਬਾਬੀ ਮਰਦਾਨਾ। ਬਸ ਸਾਡਾ ਬਾਬਾ ਐਰਾ ਗੋਇਰਾ ਕੋਈ ਬਾਬਾ ਨਹੀਂ ਜੇ। ਸਾਡਾ ਬਾਬਾ ਨਾਨਕ ਹੀ ਹੈ। ਦੁਨੀਆ ਨੇ ਕਈ ਬਾਬੇ ਬਣਾਏ ਹੋਏ ਨੇ ਨਾ, ਪਰ ਬਾਬਾ ਇੱਕੋ ਹੀ ਰਹੇਗਾ ਜੇ, ਉਹ ਵੇ ਗੁਰੂ ਨਾਨਕ ਬਾਬਾ। ਧੰਨ ਬਾਬਾ ਨਾਨਕ ਤੇਰੀ ਵੱਡੀ ਕਮਾਈ। ਤੋ ਇਹ ਬਾਬਾ ਸਾਡਾ ਇੱਕੋ ਹੀ ਹੈ।
ਤੇ ਉਹਨੇ ਕਿਹਾ ਬਾਹਰੋਂ ਪਾਣੀ ਪਾਣ ਕਿਉਂ ਪਾ ਰਿਹਾ, ਜੇ ਅੰਦਰੋਂ ਹੀ ਪਾਣੀ ਲੈਣਾ ਤੂੰ ਬਾਹਰੋਂ ਮੰਗਵਾ ਰਿਹਾ ਹੈ। ਉਹ ਕਹਿੰਦੇ ਜੇ ਅੰਦਰੋਂ ਪਾਣੀ ਕੱਢਣਾ ਹੈ ਨਾ ਜ਼ਮੀਨ ਤੋਂ, ਤੇ ਉੱਤੋਂ ਪਾਣੀ ਪਾਣਾ ਪੈਣਾ। ਜੇ ਨਾਮ ਲੈਣਾ ਨਾ ਤਾਂ ਬਾਹਰੋਂ ਨਾਮ ਦਾ ਛਿੱਟੇ ਤੈਨੂੰ ਨਾਮ ਜਪਣਾ ਪੈਣਾ, ਵਾਹਿਗੁਰੂ ਵਾਹਿਗੁਰੂ। ਪਰ ਇਹ ਵਾਹਿਗੁਰੂ ਮੰਤਰ ਮਿਲਣਾ ਕਿਹਦੇ ਕੋਲੋਂ ਹੈ? ਇਹ ਪੰਜ ਪਿਆਰਿਆਂ ਪਾਸੋਂ ਮਿਲਣਾ ਹੈ। ਜਿਨੇ ਗੁਰੂ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਕੋਲੋਂ ਨਾਮ ਮਿਲਣਾ ਹੈ। ਜਦੋਂ ਪੰਜ ਛਿੱਟੇ ਤੇਰੇ, ਪੰਜ ਚੂਲੇ ਕਹਿ ਲਓ, ਤੁਹਾਡੇ ਮੁਖ ਤੇ ਪੈਣੇ ਨੇ, ਕਹਿੰਦੇ ਨਾ ਬੋਲ ਵਾਹਿਗੁਰੂ, ਇਹ ਗੁਰੂ ਮੰਤਰ ਤੈਨੂੰ ਦਿਲ ਕਰਾਉਂਦੇ ਨੇ, ਅੱਖਾਂ ਵਿੱਚ ਪਾਉਂਦੇ ਨੇ, ਤੇਰੇ ਦਸਮ ਦੁਆਰ ਤੇ ਪਾਉਂਦੇ ਨੇ। ਕਿਉਂ? ਕਿਉਂਕਿ ਇਹ ਬਾਹਰ ਦਾ ਅੰਮ੍ਰਿਤ ਜਦ ਅੰਦਰ ਜਾਏਗਾ ਤੇ ਅੰਦਰ ਦੇ ਅੰਮ੍ਰਿਤ ਨਾਲ ਸੁਮੇਲ ਹੋਏਗਾ, ਫਿਰ ਤੈਨੂੰ ਰੱਬ ਪ੍ਰਗਟ ਹੋਏਗਾ, ਨਜ਼ਰ ਆਏਗਾ। ਤੇ ਬਿਨਾਂ ਗੁਰੂ ਦੀ ਸ਼ਰਨ ਆਇਆ, ਬਿਨਾਂ ਗੁਰੂ ਦੀ ਅੰਮ੍ਰਿਤ ਦੀ ਦਾਤ ਛਕਿਆ ਬਿਨਾਂ ਤੈਨੂੰ ਇਹ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤਾਂ ਮਹਾਰਾਜ ਕਹਿੰਦੇ ਨੇ ਘਾਟ ਹੀ ਪੀਤਰ ਸ਼ੋ ਸੋ ਤੋਲੀ ਇਨ ਬਿਦ ਚਿਤਰ ਰਹਾਵਾਂ। ਹੁਣ ਮਾਰੇ ਕਹਿੰਦੇ ਫਿਰ ਕਿਵੇਂ? ਮਾਰੇ ਕਹਿੰਦੇ ਫਿਰ ਪਰਮਾਤਮਾ ਦੀ ਸਿਫਤ ਕਰ ਰਹੇ ਨੇ, ਆਪੇ ਕੰਡਾ ਤੋਲ ਤਰਾਜੀ। ਮਾਰੇ ਕਹਿੰਦੇ ਸਾਰੀਆਂ ਗੱਲਾਂ ਹੁਣ ਛੱਡ ਦੇ, ਤੂੰ ਰੱਬ ਨੂੰ ਇਸ ਬੰਨੇ ਨਾ ਜਾ, ਤੂੰ ਇਹ ਸਮਝ ਤਰਾਜੂ ਵੀ ਆਪੇ, ਕੰਡਾ ਵੀ ਆਪੇ, ਵੱਟਾ ਵੀ ਆਪੇ, ਤੇ ਆਪੇ ਹੀ ਤੋਲਣ ਹਾਰਾ, ਤੋਲ ਵੀ ਆਪ ਹੀ ਰਿਹਾ। ਕਿਉਂ? ਕਿਉਂਕਿ ਉਹ ਪਰਮਾਤਮਾ ਹੀ ਸਭ ਕੁਛ ਹੈ, ਸਾਡੇ ਜੀਵਾਂ ਕੋਲ ਕੁਛ ਨਹੀਂ। ਜੇਵੜ ਆਪ ਜਾਣੇ ਆਪ ਨਾਨਕ ਨਦਰੀ ਕਰਮੀ ਦਾਤ। ਕਹਿੰਦੇ ਨੇ ਉਹ ਆਪੇ ਦੇਖੈ, ਉਹ ਸਾਰਿਆਂ ਨੂੰ ਆਪ ਹੀ ਸਭ ਨੂੰ ਦੇਖ ਰੇਖ ਉਹਦੀ ਕਰ ਰਿਹਾ ਹੈ। ਇਹ ਨਹੀਂ ਕਿ ਪਰਮਾਤਮਾ ਨੇ ਸਾਨੂੰ ਜੀਵਾਂ ਨੂੰ ਪੈਦਾ ਕਰਾ ਕੇ ਤੇ ਛੋੜ ਦਿੱਤਾ ਹੈ, ਨਹੀਂ, ਸਭ ਦੀ ਦੇਖਭਾਲ ਕਰ ਰਿਹਾ ਹੈ, ਆਪੇ ਦੇਖੈ, ਆਪ ਦੇਖ ਰਿਹਾ। ਮਤ ਜਾਣੋ ਕਿ ਮੇਰੀ ਕੋਈ ਹੋਰ ਰੱਖਿਆ ਕਰ ਰਿਹਾ, ਮੈਨੂੰ ਹੋਰ ਕੋਈ ਪਾਲ ਰਿਹਾ। ਪਾਲਣ ਵਾਲਾ ਵੀ ਉਹੀ ਹੈ, ਰੱਖਣ ਵਾਲਾ ਵੀ ਉਹੀ ਹੈ, ਤੇ ਮਾਰਨ ਵਾਲਾ ਵੀ ਉਹੀ ਹੈ। ਇਹ ਦਾਤਾਂ ਰੱਬ ਕੋਲ ਨੇ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਤੋ ਮਾਰੇ ਕਹਿੰਦੇ ਨੇ ਉਹ ਆਪ ਹੀ ਦੇਖ ਰਿਹਾ, ਆਪੇ ਬੁੱਝੈ, ਆਪ ਹੀ ਸਾਧ ਸੰਗਤ ਉਹ ਸਾਨੂੰ ਦਿਲਾਂ ਨੂੰ ਬੁੱਝਣ ਵਾਲਾ ਹੈ। ਉਹ ਸਾਡੇ ਹਰ ਇੱਕ ਐਕਟੀਵਿਟੀ ਨੂੰ ਦੇਖ ਰਿਹਾ ਹੈ। ਆਪੇ ਹੈ ਵਣਜਾਰਾ, ਉਹ ਆਪ ਹੀ ਜਗਤ ਵਿੱਚ ਵਣਜਾਰਾ ਵਪਾਰੀ ਹੈ, ਨਾਮ ਦਾ ਵਪਾਰ ਆਪ ਹੀ ਕਰ ਰਿਹਾ ਹੈ, ਤੁਸੀਂ ਨਹੀਂ ਕਰ ਰਹੇ। ਉਹ ਤੁਹਾਡੇ ਕੋਲੋਂ ਕਰਵਾ ਰਿਹਾ ਹੈ, ਉਹ ਸਭ ਜੀਵਾਂ ਨੂੰ ਦੇਖਦਾ ਪਿਆ ਹੈ। ਮਹਾਰਾਜ ਕਹਿੰਦੇ ਨੇ ਇਸ ਕਰਕੇ ਬੰਦਿਆ ਤੂੰ ਕੀ ਬਣਿਆ ਪਿਆ? ਅੰਧਲਾ ਨੀਚ, ਤੂੰ ਅੰਨਾ ਹੋਇਆ ਮਾਇਆ ਦੇ ਵਿੱਚ, ਨੀਚ ਬੰਦੇ। ਜਾਤ ਪਰਦੇਸੀ, ਕਈਆਂ ਨੇ ਅੱਗੇ ਪਿੱਛੇ ਨਾਮ ਲਾਇਆ ਹੁੰਦਾ ਨਾ, ਪਰਦੇਸੀ ਮੇਰੀ ਜਾਤ, ਫਲਾਣਾ ਸਿੰਘ ਪਰਦੇਸੀ। ਪਰਦੇਸੀ ਹੁੰਦਾ ਹੁਣ ਕਿਸੇ ਦੇ ਕੋਲ ਜਾਂਦੇ ਆ, ਪਰਦੇਸ ਕਿੰਨਾ ਕੁ ਚਿਰ ਰੁਕਦਾ, ਚਲਾ ਜਾਂਦਾ, ਫਿਰ ਛੋੜਨਾ ਪੈਂਦਾ। ਅਸੀਂ ਵੀ ਪਰਦੇਸੀ ਮੀਨਸ ਅਸੀਂ ਭਟਕੇ ਹੋਏ ਹਾਂ। ਸਾਡੀ ਜਾਤ ਕਰਮਾਂ ਕਰਕੇ, ਮਾੜੇ ਕਰਮਾਂ ਕਰਕੇ ਸਾਡੀ ਜਾਤ, ਅਸੀਂ ਭਟਕਣਾ ਦੇ ਵਿੱਚ ਹਾਂ, ਅਸੀਂ ਅੰਧੇ ਹੋਏ ਪਏ ਹਾਂ। ਖਿਨ ਆਵੇ ਤਿਲ ਜਾਵੇ, ਇਹ ਮਨ ਕਿੱਧਰ ਹੈ ਕਿ ਇੱਕ ਖਿਨ ਵਿੱਚ ਟਿਕਦਾ ਹੀ ਨਹੀਂ ਹੈ। ਭਰਮੇ ਪੂਲਾ ਦਹਿ ਤਿਸਤਾਵੇ, 4 ਕੁੰਟ ਫਿਰ ਆਵੇ। 4 ਕੁੰਟਾਂ ਦੀ ਸੈਰ ਕਰ ਆਉਂਦਾ ਹੈ। ਹੁਣ ਕਈ ਸੰਗਤ ਵਿੱਚ ਹੀ ਬੈਠੇ ਹੁੰਦੇ ਨੇ ਨਾ, ਤੇ ਉਹ ਪਤਾ ਨਹੀਂ ਕਿੱਥੇ ਕਿੱਥੇ ਮਨ ਉਡਾਰੀ ਮਾਰ ਜਾਂਦਾ ਹੈ। ਮਨ ਨਾਲ ਸਰੀਰ ਬੈਠਾ ਹੁੰਦਾ ਹੈ। ਹੁਣ ਅਸੀਂ ਬੰਗਲਾ ਸਾਹਿਬ, ਸੀਸਗੰਜ ਸਾਹਿਬ ਬੈਠੇ ਜ਼ਰੂਰ ਹੁੰਦੇ ਹਾਂ, ਸਰੀਰ ਕਰਕੇ ਦੁਨੀਆ ਬੈਠੀ ਹੈ, ਪਰ ਉੱਥੇ ਮਨ ਕਿੱਥੇ ਹੋਰ ਹੁੰਦਾ ਹੈ। ਜਦੋਂ ਕਿਸੇ ਨੇ ਮਹਾਰਾਜ ਨੇ ਕਿਹਾ ਸੀ ਨਾ ਨਮਾਜ਼ ਪੜ੍ਹੋ ਮੇਰੇ ਨਾਲ, ਜਦੋਂ ਉੱਥੇ ਦੇ ਮੁਸਲਮਾਨਾਂ ਨੇ, ਕਾਜੀ ਨੇ ਕਿਹਾ ਸੀ ਗੁਰੂ ਨਾਨਕ ਪਾਤਸ਼ਾਹ ਸਾਡੇ ਨਾਲ ਨਮਾਜ਼ ਪੜ੍ਹੋ, ਤੇ ਮਹਾਰਾਜ ਜੀ ਬਹਿ ਗਏ, ਕਹਿੰਦੇ ਪੜ੍ਹ ਲੈਂਦੇ ਹਾਂ, ਤੁਹਾਨੂੰ ਐਸੀ ਕਿਹੜੀ ਗੱਲ ਹੈ। ਨਮਾਜ਼ ਦੀ ਸਮਾਪਤੀ ਹੋਈ ਤੇ ਨਵਾਬ ਵੀ ਕਹਿੰਦਾ ਤੇ ਕਾਜੀ ਵੀ ਕਹਿੰਦਾ ਤੁਹਾਡੇ ਸਾਹਮਣੇ ਇਤਿਹਾਸ ਹੈ। ਕਹਿੰਦੇ ਪੜ੍ਹਦੇ ਕਿਉਂ ਨਹੀਂ ਪਏ, ਤੁਸੀਂ ਤੇ ਪੜ੍ਹੀ ਹੀ ਨਹੀਂ। ਮਹਾਰਾਜ ਕਹਿੰਦੇ ਮੈਂ ਕਿਤੇ ਪੜ੍ਹੀ, ਤੁਸੀਂ ਵੀ ਕਿਹੜੀ ਪੜ੍ਹ ਰਹੇ ਸੀ। ਕਿਉਂਕਿ ਮਨ ਨਾ ਕਿੱਥੇ ਟੁਰ ਗਿਆ। ਕੋਈ ਘੋੜਿਆਂ ਦੇ ਤਵੇਲੇ ਵਿੱਚ ਤੇ ਕਿਸੇ ਦੀ ਬੱਚੀ, ਉਹਦੀ ਮੱਝ ਨੇ ਬੱਚਾ ਦਿੱਤਾ ਸੀ, ਤਾਂ ਕਿਤੇ ਗਿਰ ਨਾ ਜਾਏ। ਤੇ ਮਨ ਬੜਾ ਔਖਾ ਹੈ ਇਸ ਨੂੰ ਟਿਕਾ ਕੇ ਬਹਿਣਾ। ਬੈਠੇ ਸੰਗਤ ਵਿੱਚ ਹੁੰਦੇ ਆ, ਪਰ ਮਨ ਉਡਾ ਕੇ ਸਾਨੂੰ ਲੈ ਜਾਂਦਾ ਹੈ। ਚੱਲ ਬਈ ਤੂੰ ਜਾ, ਤੂੰ ਇਹ ਭੈੜਾ ਕੰਮ ਕਰਨਾ ਹੈ,
ਤੂੰ ਇਹ ਕੰਮ ਕਰਨਾ ਹੈ, ਗੁਟਕਾ ਹੱਥ 'ਚ ਫੜਿਆ ਹੈ, ਪਾਠ ਕਰ ਰਹੇ ਹੈ, ਪਤਾ ਹੀ ਨਹੀਂ। ਜਪਜੀ ਸਾਹਿਬ ਸ਼ੁਰੂ ਹੋਇਆ ਹੈ, ਇੱਕ ਓਂਕਾਰ ਸਤਨਾਮ, 2 ਮਿੰਟ ਤੇ ਮਨ ਨਾਲ ਰਿਹਾ ਹੈ, ਫਿਰ ਉਸ ਤੋਂ ਬਾਅਦ ਧਿਆਨ ਆਉਂਦਾ ਹੈ, ਪੌੜੀ ਆ ਰਹੀ ਹੈ, ਅੰਤ ਨਾ ਸਿੱਧੀ ਕਹਿਣ ਨਾ, ਅਰੇ ਇੰਨਾ ਪਾਠ ਕਿੱਥੇ ਨਿਕਲ ਗਿਆ, ਪਤਾ ਹੀ ਨਹੀਂ ਲੱਗਿਆ। ਮਨ ਵਿੱਚੋਂ ਨਿਕਲ ਗਿਆ, ਸਰੀਰ ਬੈਠਾ ਰਹਿ ਗਿਆ। ਦਰਸਲ ਲੱਗਦੀ ਮਨ ਦੀ ਹਾਜ਼ਰੀ ਸੀ। ਗੁਰ ਸਭਾ ਏਵ ਨਾ ਪਾਈਏ, ਨਾ ਨੇੜੇ ਨਾ ਦੂਰ। ਮਹਾਰਾਜ ਕਹਿੰਦੇ ਨੇ, ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ। ਜਦੋਂ ਮਨ ਹਦੂਰ ਵਿੱਚ ਰਹੇਗਾ ਤਾਂ ਤੇਰੀ ਹਾਜ਼ਰੀ ਲੱਗਣੀ ਹੈ। ਤੇ ਮਨ ਕੀ ਕਹਿੰਦਾ ਹੈ ਕਿ ਬਾਹਰ ਵੇਖੀ ਕੀ ਹੋ ਰਿਹਾ ਹੈ, ਕੀ ਖਾਣ ਦੀ ਚੀਜ਼ ਹੈ, ਕਿਹੜੇ ਚੰਗੇ ਕੱਪੜੇ ਨੇ, ਮਨ ਨੂੰ ਵਿਕਾਰਾਂ ਵੱਲ ਲੈ ਜਾਂਦਾ ਹੈ। ਜਾਂ ਤੂੰ ਇਹ ਕੰਮ ਕਰ, ਬੈਠੇ ਸੰਗਤ ਵਿੱਚ ਹੋਏ, ਪਰ ਧਿਆਨ ਕਿਧਰੇ ਹੋ ਰਿਹਾ ਹੈ। ਗੁਰੂ ਸਾਹਿਬ ਕਹਿੰਦੇ ਧਿਆਨ ਦੀ ਲੋੜ ਹੈ। ਤੂੰ ਮਨ ਮਹਾਰਾਜ ਕਹਿੰਦੇ ਨੇ, ਅੰਦਲਾ ਨੀਚ ਜਾਤ ਪਰਦੇਸੀ, ਖਿਨ ਆਵੇ ਤਿਲ ਜਾਵੇ। ਖਿਨ ਭਰ ਵਿੱਚ ਆ ਜਾਂਦਾ ਹੈ ਤੇ ਫਿਰ ਚਲਾ ਜਾਂਦਾ ਹੈ। ਤਾਂ ਹੀ ਭਾਈ ਸਾਹਿਬ ਕਹਿੰਦੇ ਨਾ, ਮਨ ਬਿਰਤੀ ਕਾਗਰ ਕਰੋ। ਮਨ ਤੇ ਹੁੰਦਾ ਹੀ ਨਹੀਂ ਕਾਗਰ। ਸਰੀਰ ਤੇ ਲਿਆ ਹੈ, ਚੰਗੀ ਗੱਲ ਹੈ, ਆਈਏ ਅੱਛੀ ਗੱਲ ਹੈ, ਪਰ ਕਿੱਥੇ ਭਲਿਆ ਮਨ ਨੂੰ ਵੀ ਨਾਲ ਲੈ ਆਂਦਾ। ਮਨ ਨੂੰ ਵੀ ਕਹਿ ਦਿੰਦਾ, ਤੂੰ ਜੋ ਕਹੇਗਾ ਮੈਂ ਮੰਨ ਲਾਂਗਾ, ਪਰ 1 ਘੰਟਾ ਤੂੰ ਮੈਂ ਸੰਗਤ ਵਿੱਚ ਬੈਠਾ, ਮੈਨੂੰ ਸੁਣਨ ਦੇ। ਮਨ ਕਹਿੰਦਾ ਨਹੀਂ, ਮੈਂ ਨਹੀਂ ਸੁਣਨ ਦੇਣਾ। ਫਿਰ ਮਨ ਤੇ ਸਰੀਰ ਦੀ ਲੜਾਈ ਹੁੰਦੀ ਹੈ। ਉਹ ਕਹਿੰਦਾ ਨਹੀਂ, ਤੇ ਜਿਹਦੇ ਉੱਤੇ ਕਿਰਪਾ ਹੁੰਦੀ ਹੈ ਉਹਦਾ ਮਨ ਜਿੱਤ ਜਾਂਦਾ ਹੈ। ਮਹਾਰਾਜ ਕਹਿੰਦੇ ਮਨ ਜੀਤੇ ਜਗ ਜੀਤ। ਤੇ ਜਿਹਦੇ ਉੱਤੇ ਕਿਰਪਾ ਨਹੀਂ ਹੁੰਦੀ, ਮਨ ਉਡਾਰੀ ਮਾਰ ਜਾਂਦਾ ਹੈ। ਤੇ ਮਨ ਜਾ ਕੇ ਬੈਠਾ ਸੰਗਤ ਵਿੱਚ ਵਪਾਰ ਕਰ ਰਿਹਾ ਹੁੰਦਾ ਹੈ। ਕਦੋਂ ਸਮਾਪਤੀ ਹੋਏਗੀ, ਮੈਂ ਇਹ ਵੀ ਕੰਮ ਕਰਾਂਗਾ, ਮੈਂ ਇਹ ਵੀ ਕੰਮ। ਗੁਟਕਾ ਫੜਿਆ ਹੋਵੇ ਨਾ ਤੇ ਇਹ ਵੀ ਯਾਦ ਆ ਜਾਂਦਾ ਹੈ, ਇਹ ਵੀ ਕੰਮ ਕਰਨਾ ਹੈ, ਇਹ ਵੀ ਕੰਮ। ਪਹਿਲਾਂ ਯਾਦ ਨਹੀਂ ਆਉਂਦੇ, ਜਦੋਂ ਬਾਣੀ ਪੜ੍ਹੋ ਇੰਨੇ ਸਾਰੇ ਢੇਰ ਕੰਮ ਯਾਦ ਆ ਜਾਣਗੇ। ਆ ਜਾਂਦੇ ਨਾ, ਐਕਸਪੀਰੀਅੰਸ ਹੈ, ਇਹ ਪ੍ਰੈਕਟੀਕਲੀ ਮੈਂ ਗੱਲ ਕਰ ਰਿਹਾ। ਜਦੋਂ ਬਾਣੀ ਪੜ੍ਹੋ ਉਦੋਂ ਮਨ ਉਡਾਰੀ ਮਾਰਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਫਿਰ ਉਹਦਾ ਧਿਆਨ ਕਰਦਾ, ਮੈਂ ਇਹ ਵੀ ਕੰਮ ਕਰਾਂ, ਮੈਂ ਇਹ ਖਾਵਾਂਗਾ, ਮੈਂ ਐਵੇਂ ਪਾਵਾਂਗਾ। ਇੱਕ ਮਨ ਨੂੰ ਕਹਿ, ਮਨ ਸਥਿਰ ਹੋ ਜਾ। ਹੁਣ ਕੁਝ ਸਮਾਂ ਮੈਂ ਆਇਆ ਗੁਰੂ ਦੀ ਸ਼ਰਨ ਵਿੱਚ, ਤੇ ਮੈਨੂੰ ਇੱਥੇ ਨਾਲ ਮੇਰੇ ਨਾਲ ਬੈਠ, ਸੁਣ ਕੀ ਕਹਿੰਦਾ ਹੈ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ ਵੇਲਾ ਹੀ ਮਿਲ ਹੈ। ਇਹ ਮਨ ਮੇਰਿਆ, ਤੂੰ ਸਦਾ ਰੋ ਹਰ ਨਾਲੇ, ਤੂੰ ਉਹਦੇ ਨਾਲ ਰਹਿ। ਜਿਸ ਦਿਨ ਸਿੱਖਾ ਤੂੰ ਸੰਗਤ ਵਿੱਚ ਬੈਠ ਕੇ ਮਨ ਨਾਲ ਤੂੰ ਸਤ ਸੰਗਤ ਸੁਣ ਲਿਆ, ਸਮਝ ਲੈ ਹਾਜ਼ਰੀ ਤੇਰੀ ਉਸ ਦਿਨ ਲੱਗੀ ਏ। ਨਹੀਂ ਤੇ ਭਾਵੇਂ ਤੂੰ ਗੰਗਾ ਦੇ ਮਾਰੇ, ਕਹਿੰਦੇ ਨੇ ਕਬੀਰ ਸਾਹਿਬ ਕਹਿੰਦੇ, ਗੰਗਾ ਦੇ ਕਿਨਾਰੇ ਜਾ ਕੇ ਬਹਿ ਜਾ, ਉੱਥੇ ਝੁੱਗੀ ਪਾ ਲੈ, ਆਪਣਾ ਘਰ ਵਸਾ ਲੈ, ਤਾਂ ਵੀ ਨਹੀਂ ਤੂੰ ਪ੍ਰਾਪਤੀ ਕਰ ਸਕਣੀ। ਮੈਂ ਨਹੀਂ ਕਹਿ ਰਿਹਾ, ਕਬੀਰ ਗੰਗਾ ਤੀਰ ਜੋ ਘਰ ਕਰੇ, ਪੀਵੇ ਅੰਮ੍ਰਿਤ ਨੀਰ। ਭਾਵੇਂ ਉੱਥੇ ਰਵੇ ਤੇ ਸਾਰਾ ਦਿਨ ਅੰਮ੍ਰਿਤ ਵਾਲਾ ਜਲ ਪੀਂਦਾ ਰਵੇ ਗੰਗਾ ਦਾ, ਬਿਨ ਹਰ ਭਗਤ ਨਾ ਮੁਕਤ ਨਾ ਹੋਵੀ, ਇਹ ਕਹਿ ਰਮੇ ਕਬੀਰ। ਉਹ ਕਹਿੰਦੇ ਜੇ ਭਗਤੀ ਮਨ ਤੇਰਾ ਨਹੀਂ ਜੁੜਿਆ ਤੇ ਕੁਛ ਨਹੀਂ ਬਣਨਾ ਹੀ ਤੇਰਾ। ਮਹਾਰਾਜ ਨੇ ਵੀ ਤੇ ਬਾਣੀ ਵਿੱਚ ਕਿਹਾ ਹੈ ਨਾ ਕਿ ਭਾਵੇਂ ਤੂੰ ਸਤਿਗੁਰ ਕੀ ਪ੍ਰਤੀਤ ਨਾ ਆਈਆਂ, ਸ਼ਬਦ ਨਾ ਕੀਤੋ ਭਾਓ, ਉਸ ਨੂੰ ਸੁਖ ਨਾ ਉਪਜੇ, ਭਾਵੇਂ 100 ਗੇੜਾ ਆਵੋ ਜਾਓ। ਤੁਸੀਂ 100 ਗੇੜੇ ਮੰਦਰ ਜਾਂਦੇ ਰਹੋ, ਗੁਰਦੁਆਰੇ ਆਉਂਦੇ ਰਹੋ, ਮਸਜਿਦ ਜਾਂਦੇ ਰਹੋ, ਆਣ ਜਾਣ ਲੱਗਾ ਰਹੇ ਹੋਏ, ਮਹਾਰਾਜ ਕਹਿੰਦੇ ਨੇ ਕੁਛ ਪ੍ਰਾਪਤ ਨਹੀਂ ਹੋਣਾ। ਕਿਉਂ? ਕਿਉਂਕਿ ਉਹ ਮਨ ਹੈ ਨਾ ਜਿਹੜਾ, ਹਾਜ਼ਰੀ ਤੇ ਮਨ ਦੀ ਲੱਗਣੀ ਹੈ। ਸਰੀਰ ਤੇ ਦੇਖੋ, ਸਰੀਰ ਨੇ ਨਾਲ ਨਹੀਂ ਜਾਣਾ, ਸਰੀਰ ਤੇ ਸਾਡਾ ਸੜ ਜਾਣਾ ਹੈ, ਸਾਡੇ ਜਿਹੜੇ ਵਿਚਾਰ ਨੇ ਉਹ ਨਾਲ ਜਾਣੇ ਨੇ। ਤਾਂ ਗੁਰੂ ਸਾਹਿਬ ਕਹਿੰਦੇ ਨੇ, ਅੰਦਲਾ ਨੀਚ ਜਾਤ ਪਰਦੇਸੀ, ਖਿਨ ਆਵੇ ਤਿਲ ਜਾਵੇ। ਉਹ ਖਿਨ ਭਰ ਵਿੱਚ ਆਉਂਦਾ ਹੈ, ਫਿਰ ਟੁਰ ਜਾਂਦਾ ਹੈ। ਭਾਵ ਕਿ ਉਹ ਵਿਕਾਰਾਂ ਦੀ ਉਹਨੂੰ ਮੈਲ ਲੱਗੀ, ਉਹ ਭਟਕਦਾ ਰਹਿੰਦਾ ਹੈ। ਰਤਾ ਮਾਤਰ ਵੀ ਕਿਤੇ ਇੱਕ ਥਾਂ ਤੇ ਟਿਕ ਕੇ ਨਹੀਂ ਰੁਕਦਾ। ਅਰਦਾਸ ਕਰੋ, ਸੰਗਤ ਕਿਉਂ ਕਰੀਦੀ ਹੈ ਕਿ ਮਨ ਟਿਕ ਜਾਏ। ਕਿਸੇ ਨੇ ਕਿਹਾ ਨਾ ਮਸਕੀਨ ਸਾਹਿਬ ਨੂੰ ਕਿ ਮੇਰਾ ਮਨ ਨਹੀਂ ਟਿਕਦਾ, ਤੇ ਉਹ ਕਹਿੰਦੇ ਨੇ ਮਨ ਤਾਂ ਹੀ ਟਿਕੇਗਾ ਨਾ
कि जे तू बाणी पढ़ेगा, तू कहे जे मन ही टिक गया फिर बाणी पढ़न की तो लोड़ ही नहीं। जे मन ही मेरा टिक गया तो फिर आप ही बाणी चलनी है। असी पढ़ना ही इस करके बाणी है कि साडा मन टिक जाए, तो सुत्ता होया मन साडा जाग जाए। तो गुरु साहब कहते हैं अखीर विच, ताकि संगत नानक रहिंदा, जे मन ये भैड़ियां संगतां विच ही रहेगा सारा दिन, इधर उधर ही भजदा रहेगा, खाण विच, सोहना बनन विच, पहनण विच जे मन नूं अपना लगाई रखेगा, ताकि संगत नानक रहिंदा। महाराज कहंदे ने वो संगत विच जे तू रह रहे हमेशा, क्यों कर मूड़ा पावे, क्यों मतलब किवें किवें है मूर्ख मूड़ा, तू किवें रब नूं पा सकना है जे तू इस तरह की संगत कर रहे हैं। तो संगत महाराज इत्थे यही समझा रहे ने इस शब्द दे विच, परमात्मा नूं कोई अंत नहीं पा सकता। जिन्ने यतन भी लोगों ने किते सब निफल गए। क्यों? क्योंकि रब नूं अंत पा ही नहीं कोई सकता, क्योंकि रब दा कोई मुल नहीं है। रब अमुल है, साईं नाम अमोल, कीम ना कोई जान दो, ਉਹਦਾ कोई कीमत नहीं जानता। उन्हें पढ़िया ना, हर आप अमूलक है, मुल ना पाया जाए, ਉਹਦਾ मुल नहीं पाया जा सकता। मुल ना पाया जाए किसे विटो रहे लोग विलाए, ऐसा सतगुर जे मिले तिसनो सिर सौंपिए विचों आप जाए। अपना सब तो पहला सिर सौंप अपनी मत नूं गुरु दे सन्मुख कर दे, तो फिर तैनूं की होएगा, उस अमुल परमात्मा बारे पता लगेगा। अंत नहीं। हर आप अमूलक है, भाग तिना के नानका, जिन हर पल्ले पाए। तैनूं इन्ना पता लग जाएगा परमात्मा ते अमुल है, ਉਹਦਾ कोई मुल नहीं पा सकता। वो अमुलो अमुल है, अमलो अमुल आख्या ना जाए। मार कहते आख आग रे लिवलाए। कौन कौन कह रहे सन? आखे वेद पाठ पुराण, आखे पढ़े करे वख्यान, आखे बरमे, आखे इंद, आखे गोपी ते गोविंद, आखे ईश्वर, आखे सिद्ध, आखे केते कीते बुद्ध। मार कहते ने आखे दानव, आखे देव, आखे सुनर मुंजन से केते, आखे आखण पाए, केते कह के उठ जाए। मार कहते कहीं तो कह के चले भी गए, इते किते होर करे तो आख ना सके के। जिन्ने कह गए ने ना वो तो दस नहीं सके। मार कहते होर भी पैदा होणगे ना जेड़े, वो भी नहीं कहन पा। होर केते आखे आखण पाए, केते कह के उठ जाए, इते कीते होर करे तो आख ना सके कई के। जेवड़ भावै तेवड़ होए, नानक जाने साचा सोए। जो परमात्मा को चंगा लगता है वही है। असी आखण वाले तो बड़े ही चले गए, असी कुछ नहीं कह सकते परमात्मा बारे। असी सिर्फ परमात्मा की सिफत कर सकते हैं। परमात्मा तू बेअंत है, तेरे वर्गा कोई नहीं। सानू इन्ना पता है असी सिफत क्यों करनी है, ये भी सवाल है। असी क्यों करिए सिफत की? असी कहने हैं ना असी फलाने की क्यों खुशामद करिए? वो कहता खुशामद ओदी खुशामद करके तेनों शायद मिले ना मिले, रब की खुशामद करके तेरे पाप जरूर उतर जाणगे। रब नूं कोई लोड़ नहीं है, तुसी नाम ही जपो, रब नूं कोई फर्क नहीं पैना। हाँ जे असी नाम जपिया, साडे कीते हुए माड़े कर्म चंगे हो जाणगे। गुण गावत तेरी उतरस मैल, बिनस जाए हो मैं भी कुफैल। हाँ रब नूं तां जपना है, हर हर नाम जपंतियां कछ ना कहे जमकाल। नानक मन धन सुखी होए, अंते मिले गोपाल। रब नूं तां जपना है, साडे जिहड़े माड़े कर्म ने वो चंगे हो जाण। जिहड़े असी कर्मां करके परमात्मा तो विछड़े आ, किरत कर्म के विछड़े कर किरपा मेलो राम। असी नाम तां जपना है कि साडे जन्म जन्मांतरां दी मैल, जन्म जन्म की इस मन को मल लागी। काला हुआ शाह खनड़ी धोती उजली ना होवी, जिस तोवण पा। साडा मन काला शाह होया पिया है, उस शाह कालक नूं उतारन वास्ते असी नाम जप रहे हैं। असी रब नूं पाउण वास्ते नहीं। पिता का जन्म के जाने पूत, असी की उस जन्म नूं लाभ सकने आ? असी ते सिर्फ उहदी सिफतां करके असी ते अपने आप नूं धो रहे हैं। असी ते इते कूकर हों बेगाना, भौंके इस तन ताई। एक कुत्ता बेगाना कुत्ता हुंदा ना, वो किसी दूजे महल्ले विच चला जाता है तो सारे कुत्ते उन्होंने पै जाते हैं। तो कुत्ता बेगाना की करता है? वो जिहड़ा कुत्ता हुंदा है बेचारा कल्ला पै जाता है। 8-10 कुत्ते आके देखो, कभी महल्ले विच कोई कुत्ता आ जाए, पर ओपरा कुत्ता, तो 8-10 कुत्ते उन्होंने पै जाते हैं आके।
तो की करता है, वो फिर अपनी पुच्छल ਨੂੰ ना अंदर दे दिंदा है, दंदियां दब के कहता मैं तो तेरे दर दा कुत्ता वां, बेगाना कुत्ता वां। किसे ਇਹ ਮਾਇਆ ਦੇ ਵਿਕਾਰਾਂ ਦੇ ਸਾਹਮਣੇ ਵਿਕਾਰੀ ਕੁੱਤੇ ਸਾਰੇ ਆ ਗਏ ਨੇ, ਤੇ ਹੁਣ ਤੇ ਮੈਨੂੰ ਮੇਰੀ ਸ਼ਰਨ ਆਇਆਂ ਦੀ ਤੂੰ ਲਾਜ਼ ਰੱਖ ਲੈ। ਇਹ ਤੇ ਕੂਕਰ ਹੋਂ ਬੇਗਾਨਾ ਭੌਂਕੇ ਇਸ ਤਨਤਾਈ, ਭਗਤ ਇਨ ਨਾਨਕ ਜੇ ਹੋਏਗਾ ਤਾਂ ਕਸਮੇ ਹੈ। ਇਸ ਕਰਕੇ ਮੈਂ ਤੇ ਬੇਗਾਨਾ ਕੁੱਤਾ ਵਾਂ, ਮੈਨੂੰ ਇਹ ਬਾਹਰ ਦੇ ਕੁੱਤਿਆਂ ਨੇ, ਵਿਕਾਰੀ ਕੁੱਤਿਆਂ ਨੇ ਮੈਨੂੰ ਚਮੜ ਲਿਆ ਹੈ। कितने काम ने, कितने क्रोध ने, कितने लोभ ने, कितने मोह ने, ये सारे कुत्ते, और मैं कला पै गया। पंच बिखादी एक गरीबा, राखो रखन हारे। ए पंज सी मैं कला पै गया। सतगुरु मेरे ते किरपा करो, मैं तैनू ते तां नाम जप रहा, मैं ते अपने आप नू बचा कर रहा, मैं तेरी कोई सिफत नहीं कर रहा। मैं तेरी जे सिफत कर भी रहा, मैं अपने आप नू बचा रहा हाँ, मैं तेरा अंत नहीं पा रहा। मैं तो तां ही तेरा नाम जपना वा, मैं तो तां ही जपजी साहिब का पाठ करना वा, तां ही जाप साहिब का पाठ करना वा कि मेरे जिहड़े अंदर दे कुत्ते ने, मेरे विकार ने, मेरे कर्म ने, वो तुसी बदल दो। जे मैं बेगाना कुत्ता होके तुहाडी नगरी विच आया वां ते मैनूं ये सारे विकारां दी मैल लगी हुई है, ते इस मैल नूं तुसी कढ दो। मैनूं इस जन्म दी नहीं है, करोड़ों जन्मां दी जन्म जन्म की इस मन को मल लागी। तो महाराज कहते हैं फिर लेगी किवें, वो धोपे नावे के रंग। वो नाम का रंग जदों चढ़ेगा, जदों तुसी गुरमुखां की संगत करोगे, उन्हां दे विच नाम की बख्शिश होएगी, वो तुहाडे जन्मां की मैल लै जाएगी। तो गुरु साहब यही कह रहे हैं, ताकि संगत नानक रहिंदा, ये संगत विच रहिंदा पिया, ये माड़ी विकारां दे विच रहिंदा पिया, क्यों कर मूड़ा पावे, किवें मूड़ा पा सकदा है। इस करके मैनूं इन्हां विकारां दी दलदल दे विचों कढ दिओ महाराज, मैं बहुत परेशान हो गया वां। मैं इन्हां विकारां दे अगे मेरा जोर नहीं चल रहा, पर जे तुहाडी किरपा हो गई ना, ते तुसी ये जितने मेरे विकार ने, तुसी सकिंटां दे विच, पलां दे विच ये विकारां नूं हटा के मैनूं अपने नाम दे नाल जोड़ दिओगे। ते यही अरदास करो, विसर नाई दातार, अपना नाम देहो, गुण गावां दिन रात, नानक चाहो एहो। सो इन्हां शब्दां दे नाल मैं इत्थे अपने विचारां नूं संकोच रहा। भुल्लां एक नहीं, मेरे पासों अनेकां होईयां ने। ये इंसानी फितरत है कि जिथे भी कोई गल करे, विचार करे, गलती होना सुभावक है, पर जे कोई चंगा वचन तुहानूं लग्या है, वो गुरु दा जान के हिरदे विच वसाओ, तो इस तरह गुरु नानक पातशाह की इस बाणी का लाह खटो। आने वाले अगले हफ्ते च महाराज स्वास बख्शन, तो गुरु नानक पातशाह का अगला शब्द असी उच्चारण करांगे। 2 शब्द होर ने, 2 हफ्ते महाराज स्वास बख्शणगे तुहानूं। फिर असी मिल के फिर इस तरह विचारां नाल सांझ करांगे। मेरियां भुल्लां मेरी झोली विच पा दिओ, बचन गुरु का जान के हिरदे विच वसा लो। सारी संगत